ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਸ੍ਰੀ ਨਾਨਕ ਪਗ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸ਼ੋਭ ਸੁਮਤ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਖਾ ਬਿਨ ਜੋ ਕਾਮ ਤੁਹਾਰਾ ਪੂਰਨ ਭਇਓ ਨਾ ਲੇਹੋ ਵਿਚਾਰਾ ਭਾਖਾ ਬਿਨ ਜੋ ਕਾਮ ਤੁਹਾਰਾ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਇਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹੋ। ਗੁਰਬਾਣੀ ਜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ। ਪਾਠ ਆਪ ਜੀ ਨੇ ਸਰਵਣ ਕੀਤਾ। ਹੁਣ ਆਓ ਸਾਰੀਆਂ ਸੰਗਤਾਂ ਲੜੀਵਾਰ ਕਥਾ ਦੇ ਨਾਲ ਸੁਰਤੀਆਂ ਜੋੜੀਏ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਰੋ ਧਿਆਨ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੈਠੇ ਹਨ। ਸਿੱਖ ਸੰਗਤਾਂ ਮਹਾਰਾਜ ਜੀ ਦੇ ਹਜ਼ੂਰ ਬੈਠੀਆਂ ਹਨ।
ਆਪਸ ਵਿੱਚ ਸੰਗਤਾਂ ਬਚਨ ਵਿਲਾਸ ਕਰਨ ਲੱਗ ਪਈਆਂ, ਕਿਸ ਪ੍ਰਦੇਸ਼ ਵਿੱਚ ਸਿੱਖੀ ਜ਼ਿਆਦਾ ਹੈ। ਭਾਵ ਕਿਹੜੇ ਇਲਾਕੇ ਵਿੱਚ ਜ਼ਿਆਦਾ ਗੁਰੂ ਦੇ ਸਿੱਖ ਵਸਦੇ ਹੈ। ਜਦੋਂ ਗੱਲਾਂ ਬਾਤਾਂ ਬਚਨ ਚੱਲ ਰਹੇ ਨੇ, ਉਸ ਸਮੇਂ ਕੁਝ ਸਿੱਖ ਕਹਿਣ ਲੱਗੇ, ਮਹਾਰਾਜ ਕਸ਼ਮੀਰ ਦੇ ਵਿੱਚ ਗੁਰੂ ਘਰ ਨੂੰ ਮੰਨਣ ਵਾਲੇ ਪ੍ਰੇਮੀ ਤੇ ਬਹੁਤ ਨੇ, ਪਰ ਉੱਥੋਂ ਦੇ ਜਿਹੜੇ ਪੰਡਿਤ ਹਨ ਮਹਾਰਾਜ, ਉਹ ਪ੍ਰੇਮੀਆਂ ਨੂੰ ਬਾਣੀ ਨਹੀਂ ਪੜ੍ਹਨ ਦਿੰਦੇ। ਉਹ ਕਹਿੰਦੇ ਸੰਸਕ੍ਰਿਤ ਹੀ ਸ਼੍ਰੋਮਣੀ ਬਾਣੀ ਹੈ, ਸੰਸਕ੍ਰਿਤ ਪੜ੍ਹੋ, ਗੁਰੂ ਦੀ ਬਾਣੀ ਨਾ ਪੜ੍ਹੋ। ਸੰਸਕ੍ਰਿਤ ਕਹਿੰਦੇ ਦੇਵ ਭਾਸ਼ਾ ਹੈ, ਗੁਰੂ ਦੀ ਬਾਣੀ ਤੇ ਆਮ ਗੱਲਾਂ ਨੇ ਜੀ। ਇਹ ਗੱਲ ਵੱਖਰੀ ਹੈ। ਗੁਰੂ ਸਾਹਿਬ ਨੇ ਬਾਣੀ ਬੜੀ ਸੁਖੈਨ ਉਚਾਰਨ ਕੀਤੀ ਹੈ, ਹਰ ਇੱਕ ਬੰਦੇ ਨੂੰ ਸੌਖੇ ਹੀ ਅਰਥ ਸਮਝ ਲੱਗ ਜਾਂਦੇ ਨੇ। ਫਿਰ ਵੀ ਪੜ੍ਹ ਕੇ ਹੈਰਾਨ ਹੋ ਜਾਈਦਾ, ਬੜੇ ਡੂੰਘੇ ਡੂੰਘੇ ਬਚਨ ਐਸੇ ਨੇ ਜਿਹੜੇ ਕਈ ਵਾਰੀ ਵਿਚਾਰ ਕਰਨ ਤੋਂ ਬਾਅਦ ਵੀ ਬੰਦੇ ਨੂੰ ਸਮਝ ਨਹੀਂ ਆਉਂਦੇ ਜੀ। ਬੰਦੇ ਦੀ ਬੁੱਧੀ ਬੜੀ ਛੋਟੀ ਹੈ, ਗੁਰੂ ਜੀ ਦੀ ਬਾਣੀ ਬੜੀ ਵੱਡੀ ਹੈ ਜੀ। ਉਹ ਕਹਿੰਦੇ ਬਾਣੀ ਆਮ ਬੋਲੀ ਵਿੱਚ ਮਹਾਰਾਜ ਨੇ ਉਚਾਰੀ ਹੈ। ਗੁਰੂ ਸਾਹਿਬ ਮਹਾਰਾਜ ਨੂੰ ਜਦੋਂ ਪਤਾ ਲੱਗਾ, ਮਹਾਰਾਜ ਜੀ ਦੇ ਚਰਨਾਂ 'ਚ ਇੱਕ ਸੋਢੀ ਰਹਿੰਦਾ ਸੀਗਾ ਜੀ, ਗੁਰੂ ਰਾਮਦਾਸ ਜੀ ਦੀ ਕੁੱਲ ਵਿੱਚੋਂ। ਉਹਦਾ ਨਾਮ ਸੀ ਭਾਈ ਮਾਧੋ ਜੀ। ਮਹਾਰਾਜ ਨੇ ਭਾਈ ਮਾਧੋ ਜੀ ਨੂੰ ਸੱਦਿਆ, ਬਖਸ਼ਿਸ਼ਾਂ ਦੇ ਕੇ ਤੋਰਿਆ। ਮਹਾਰਾਜ ਕਹਿੰਦੇ, ਭਾਈ ਮਾਧੋ ਤੂੰ ਸਾਡਾ ਹੀ ਰੂਪ ਹੈ। ਕਹਿਣ ਲੱਗੇ, ਜਾ ਕਸ਼ਮੀਰ ਵਿੱਚ ਜਾ, ਉੱਥੋਂ ਦੇ ਲੋਕਾਂ ਨੂੰ ਬਾਣੀ ਦੇ ਨਾਲ ਜੋੜ, ਬਾਣੀ ਦੇ ਨਾਲ ਲੋਕ ਜੁੜਨ, ਉਹਨਾਂ ਦਾ ਭਲਾ ਹੋ ਜਾਵੇ। ਭਾਈ ਮਾਧੋ ਜੀ ਕਹਿਣ ਲੱਗੇ, ਮਹਾਰਾਜ ਉੱਥੇ ਤੇ ਕਸ਼ਮੀਰੀ ਪੰਡਿਤ ਬੜਾ ਵਿਵਾਦ ਕਰਦੇ ਆ, ਬੜੀ ਚਰਚਾ ਕਰਦੇ ਆ। ਮਹਾਰਾਜ ਕਹਿਣ ਲੱਗੇ, ਭਾਈ ਮਾਧੋ ਅਸੀਂ ਤੈਨੂੰ ਆਪਣਾ ਰੂਪ ਬਣਾ ਕੇ ਭੇਜਿਆ ਹੈ। ਚੇਤਾ ਰੱਖਿਓ, ਜਦੋਂ ਗੁਰੂ ਸਾਹਿਬ ਕਿਸੇ ਨੂੰ ਥਾਪੜਾ ਦੇ ਕੇ ਤੋਰਨ ਨਾ, ਫਿਰ ਉਹ ਨਹੀਂ ਬੋਲਦਾ, ਉਹਦੇ ਵਿੱਚੋਂ ਗੁਰੂ ਸਾਹਿਬ ਹੀ ਬੋਲਦੇ ਆ। ਜਦੋਂ ਗੁਰੂ ਸਾਹਿਬ ਕਿਸੇ ਨੂੰ ਥਾਪੜਾ ਦੇ ਕੇ ਤੋਰਨ, ਜਦੋਂ ਆਪਣਾ ਰੂਪ ਹੀ ਮਹਾਰਾਜ ਨੇ ਬਣਾ ਕੇ ਭੇਜ ਦਿੱਤਾ, ਫਿਰ ਕਿਸੇ ਗੱਲ ਦੀ ਕਮੀ ਥੋੜੀ ਰਹਿ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਭਾਈ ਮਾਧੋ ਜੀ ਗਏ, ਕਸ਼ਮੀਰ ਦੇ ਵਿੱਚ ਗਏ, ਬਾਣੀ ਦੀਆਂ ਪੋਥੀਆਂ ਨਾਲ ਲੈ ਲਈਆਂ, ਇੱਕ ਜਗ੍ਹਾ ਡੇਰਾ ਕਰ ਲਿਆ ਜੀ। ਹੁਣ ਬਾਣੀ ਦੀ ਕਥਾ ਕਰਿਆ ਕਰਨ, ਗੁਰਸਿੱਖ ਕਥਾ ਸੁਣਨ ਆਇਆ ਕਰਨ। ਜਿਵੇਂ ਤੁਸੀਂ 7 ਵਜਦੇ ਸਾਰੀਆਂ ਸੰਗਤਾਂ ਆਪੇ ਹੀ ਸਮੇਂ ਨਾਲ ਆਉਣਾ ਸ਼ੁਰੂ ਹੋ ਜਾਂਦੇ ਆ। ਬਾਣੀ ਦੀ ਜਦੋਂ ਉਹ ਕਥਾ ਕਰਿਆ ਕਰਨ, ਪੰਡਿਤ ਲੋਕ ਉੱਥੇ ਪਹੁੰਚੇ ਜਿੱਥੇ ਉਹ ਬਾਣੀ ਦੀ ਕਥਾ ਕਰਦੇ ਜੀ। ਉਹ ਕਹਿੰਦੇ ਜੀ ਇਹ ਆਮ ਹੀ ਗੱਲਾਂ ਹੈਗੀਆਂ ਜਿਹਦੀ ਤੁਸੀਂ ਕਥਾ ਕਰਦੇ, ਬਾਣੀ ਦੀ ਕਥਾ ਸਾਨੂੰ ਚੰਗੀ ਨਹੀਂ ਲੱਗਦੀ, ਸੰਸਕ੍ਰਿਤ ਦੀ ਕਥਾ ਚੰਗੀ ਲੱਗਦੀ ਹੈ। ਕਾਰਨ ਵਿਚਲਾ ਜਿਹੜਾ ਕਾਰਨ ਸੀ ਉਹ ਇਹ ਸੀ, ਬਾਣੀ ਬੰਦੇ ਨੇ ਪੜ੍ਹ ਲਈ, ਹਰ ਬੰਦਾ ਹੀ ਸਿਆਣਾ ਹੋ ਜਾਏਗਾ, ਹਰ ਬੰਦੇ ਉੱਤੇ ਰੱਬ ਦੀ ਮਿਹਰ ਹੋ ਜਾਏਗੀ। ਤੇ ਜੇ ਹਰ ਬੰਦਾ ਹੀ ਸਿਆਣਾ ਹੋ ਗਿਆ ਤੇ ਵਿਦਵਾਨ ਲੋਕਾਂ ਦੀ ਕੀ ਕਦਰ ਰਹਿ ਜਾਣੀ ਹੈ। ਹੁਣ ਸਾਡੇ ਸਿੱਖ ਜਗਤ ਵਿੱਚ ਵੀ ਬੰਦੇ ਇਸ ਤਰ੍ਹਾਂ ਕਰ ਦਿੰਦੇ ਆ, ਬਹੁਤਾ ਗਿਆਨ ਨਹੀਂ ਕਿਸੇ ਨੂੰ ਦਿੰਦੇ, ਕਿਤੇ ਇਹ ਸਿਆਣੇ ਨਾ ਹੋ ਜਾਣ। ਜੇ ਇਹ ਸਿਆਣੇ ਹੋ ਗਏ ਤੇ ਸਾਡੀ ਕਦਰ ਕੌਣ ਕਰੇਗਾ? ਗੱਜ ਕੇ ਆਖੋ ਵਾਹਿਗੁਰੂ। ਪਰ ਗੁਰੂ ਸਾਹਿਬ ਦੀ ਇਹ ਭਾਵਨਾ ਨਹੀਂ ਸੀ। ਗੁਰੂ ਸਾਹਿਬ ਦਾ ਹੁਕਮ ਸੀ, ਗਾਵੋ ਸੁਣੋ ਪੜ੍ਹੋ ਨਿਤ ਭਾਈ। ਹਰ ਸਿੱਖ ਨੂੰ ਗਾਉਣ ਬਾਰੇ ਪੜ੍ਹਨ ਬਾਰੇ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਜੀ। ਕਹਿਣ ਲੱਗੇ ਜੀ ਇਹ ਭਾਖਾ ਹੈ, ਇਹ ਸਾਨੂੰ ਚੰਗੀ ਨਹੀਂ ਲੱਗਦੀ। ਭਾਈ ਮਾਧੋ ਜੀ ਬੋਲੇ, ਕਹਿੰਦੇ ਸੁਣੋ, ਕਿਸੇ ਨੂੰ ਭੁੱਖ ਲੱਗੀ ਹੋਵੇ, ਗਰੀਬ ਬੰਦਾ ਹੋਵੇ, ਜੇ ਉਹ ਸੋਨੇ ਦੇ ਭਾਂਡੇ ਡਿੱਕੇ ਵੀ ਸੋਨੇ ਦੇ ਭਾਂਡਿਆਂ 'ਚ ਹੀ ਖਾਣਾ ਹੈ, ਭੁੱਖਾ ਮਰ ਜਾਏਗਾ, ਸੋਨੇ ਦੇ ਭਾਂਡੇ ਨਹੀਂ ਆਉਣਗੇ ਜੀ। ਗਰੀਬ ਬੰਦੇ ਨੂੰ ਕਿੰਨੇ ਸੋਨੇ ਦੇ ਭਾਂਡੇ ਦੇਣੇ? ਤੇ ਉਹ ਭਾਈ ਮਾਧੋ ਜੀ ਕਹਿੰਦੇ ਜੇ ਦੂਜੇ ਬੰਨੇ ਗਰੀਬ ਬੰਦਾ, ਉਹਨੂੰ ਭੁੱਖ ਲੱਗੀ ਹੈ, ਉਹਨੇ ਜਿਹੜਾ ਵੀ ਬਰਤਨ ਸੀ ਧੋ ਕੇ ਸਾਫ ਸੁਥਰਾ ਕਰਕੇ ਉਹਦੇ 'ਚ ਪ੍ਰਸ਼ਾਦਾ ਛਕ ਲਿਆ, ਵਾਹਿਗੁਰੂ। ਭਾਈ ਮਾਧੋ ਜੀ ਕਹਿੰਦੇ ਬਚ ਜਾਏਗਾ ਉਹ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਇਸੇ ਤਰ੍ਹਾਂ ਹੀ ਹੈ, ਇਹ ਗਿਆਨ ਉਹੋ ਹੀ ਹੈ ਸਾਰਾ। ਇਹ ਹੈ ਕਿ ਉਹ ਤੁਸੀਂ ਕਹਿੰਦੇ ਸੰਸਕ੍ਰਿਤ ਦੇਵ ਬਾਣੀ ਹੈ, ਕਹਿੰਦੇ ਨਾ ਦੇਵ ਬਾਣੀ ਕਿਸੇ ਨੂੰ ਆਵੇ, ਨਾ ਕੋਈ ਗਿਆਨ ਲਵੇ। ਗੁਰੂ ਦੀ ਬਾਣੀ ਸੌਖੀ, ਹਰ ਇੱਕ ਨੂੰ ਸਮਝ ਆਉਂਦੀ ਹੈ।
ਮੈਂ ਪੰਕਤੀ ਪੜ੍ਹਦਾ, ਮੇਰੇ ਖਿਆਲ ਨਾਲ ਨਹੀਂ ਵੀ ਉਹਦੇ ਅਰਥ ਕਰਨ ਦੀ ਲੋੜ ਹੈਗੀ ਜੀ। ਥੇਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ। ਦੱਸੋ ਇਹਦੇ ਅਰਥ ਕਰਨ ਦੀ ਲੋੜ ਹੈਗੀ ਜੀ? ਬਿਲਕੁਲ ਸੌਖੇ ਜਿਹੇ ਅਰਥ ਹੈ ਵੀ ਟਿਕ ਕੇ ਬਹਿ ਜਾਓ, ਰੱਬ ਤੁਹਾਡੇ ਕੰਮ ਸਵਾਰੇਗਾ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਬਿਲਕੁਲ ਸੌਖੀ ਗੱਲ ਹੈਗੀ ਜੀ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਬਿਲਕੁਲ ਸੌਖੀ ਗੱਲ ਹੈਗੀ। ਨਿਰਭਉ ਹੋਏ ਬਿਨਾਂ ਕਿਸੇ ਦੇ ਡਰ ਤੋਂ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸਰਣ ਪਰੇ ਪ੍ਰਭ ਅੰਤਰ ਜਾਮੀ, ਨਾਨਕ ਕੋਟ ਪਕਰੀ ਪ੍ਰਭ। ਦੱਸੋ ਕੀ ਅਰਥ ਦੀ ਲੋੜ ਹੈਗੀ ਜੀ? ਕੋਈ ਵੀ ਬੰਦਾ ਬਾਣੀ ਪੜ੍ਹ ਕੇ ਆਪਣੀ ਭੁੱਖ ਮਿਟਾ ਸਕਦਾ ਹੈ ਜੀ, ਭੁੱਖ ਮਿਟਾ ਸਕਦਾ ਹੈ। ਸੋ ਭਾਈ ਮਾਧੋ ਜੀ ਉਹਨਾਂ ਨੂੰ ਨਿਰ ਉੱਤਰ ਕਰ ਰਹੇ ਹੈ। ਸੰਗਤ ਜੀ ਉਹ ਪ੍ਰਸੰਗ ਹੈ। ਗੁਰੂ ਦਾ ਸਿੱਖ ਨਹੀਂ ਬੋਲਦਾ, ਗੁਰੂ ਦੇ ਸਿੱਖ ਵਿੱਚੋਂ ਗੁਰੂ ਸਾਹਿਬ ਆਪ ਹੀ ਬੋਲ ਰਹੇ ਨੇ। ਗੁਰੂ ਅਰਜਨ ਸਾਹਿਬ ਹੀ ਬਚਨ ਕਰ ਰਹੇ ਨੇ ਔਰ ਉਹ ਨਿਰਤਰ ਹੋ ਰਹੇ ਆ ਸੁਣ ਕੇ। ਆਓ ਹੁਣ ਬੜੇ ਪਿਆਰ ਦੇ ਨਾਲ ਸਰਵਣ ਕਰੋ, ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਭਾਖਾ ਬਿਨ ਜੋ ਕਾਮ ਤੁਹਾਰਾ। ਉਹ ਕਹਿੰਦੇ ਆ ਨਾ ਸੌਖੀ ਭਾਸ਼ਾ ਹੈ ਇਹ, ਬਾਣੀ ਸੌਖੀ ਭਾਸ਼ਾ ਹੈ। ਅੱਗੇ ਪੜੋ। ਪੂਰਨ ਭਇਓ ਨਾ ਲੇਹੋ ਵਿਚਾਰਾ। ਭਾਈ ਮਾਧੋ ਜੀ ਕਹਿੰਦੇ ਬ੍ਰਾਹਮਣ ਦੇਵਤਾ, ਪੰਡਤ ਜੀ, ਵਿਦਵਾਨ ਜੀ, ਗਿਆਨੀ ਜੀ, ਸਿਆਣੇ ਜੀ, ਸੌਖੀ ਭਾਸ਼ਾ ਤੋਂ ਬਗੈਰ ਤੇ ਤੁਹਾਡਾ ਕੰਮ ਵੀ ਨਹੀਂ ਸਰ ਸਕਦਾ। ਕਹਿਣ ਲੱਗੇ ਹਾਂਜੀ। ਸਤਨਾਮ ਫਲਦਾਇਕ ਚਾਰ, ਗੁਰਮੁਖ ਸਿਮਰਹਿ ਹੋਏ ਉਧਾਰ। ਤੁਸੀਂ ਸੰਸਕ੍ਰਿਤ ਨੂੰ ਸੌਖੀ ਭਾਸ਼ਾ 'ਚ ਬੋਲ ਕੇ ਲੋਕਾਂ ਨੂੰ ਦੱਸਦੇ, ਉਹਦੇ ਅਰਥ ਕਰਕੇ ਜੀ ਵੀ ਆਹ ਲਿਖਿਆ ਵਿੱਚ। ਸੌਖੀ ਭਾਸ਼ਾ ਤੋਂ ਬਗੈਰ ਤੇ ਤੁਹਾਡਾ ਵੀ ਗੁਜ਼ਾਰਾ ਨਹੀਂ ਹੈਗਾ। ਕਹਿਣ ਲੱਗੇ ਕਥਾ ਕਰਦੇ ਹੋ, ਸੰਸਕ੍ਰਿਤ 'ਚ ਕਥਾ ਕਰਦੇ ਹੋ, ਕਥਾ ਤੇ ਆਮ ਭਾਸ਼ਾ 'ਚ ਹੀ ਕਰਦੇ ਹੋ ਨਾ। ਕਹਿਣ ਲੱਗੇ ਤੇ ਆਮ ਭਾਸ਼ਾ ਤੋਂ ਬਗੈਰ ਤੇ ਤੁਹਾਡਾ ਵੀ ਗੁਜ਼ਾਰਾ ਨਹੀਂ ਹੋ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਬਾਣੀ 'ਚ ਸਿੱਧੀ ਗੱਲ ਹੈ, ਸਭ ਤੋਂ ਜ਼ਿਆਦਾ ਫਲ ਦੇਣ ਵਾਲਾ ਰੱਬ ਦਾ ਨਾਮ ਹੈ। ਜਪੋ ਤੇ ਉਧਾਰ ਕਰੋ ਆਪਣਾ ਜੀ। ਬਾਣੀ 'ਚ ਸਿੱਧੀ ਗੱਲ ਹੈਗੀ ਜੀ। ਰੱਬ ਦੇ ਨਾਮ ਤੋਂ ਉੱਤੇ ਕੋਈ ਗਿਆਨ ਧਿਆਨ ਨਹੀਂ ਹੈਗਾ ਜੀ। ਇਹ ਗਿਆਨ ਧਿਆਨ 'ਚ ਪੈ ਜਾਂਦੇ ਜੀ। ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ ਜੀ, ਉਹ ਬੜੇ ਧਿਆਨ ਨਾਲ ਸੁਣਿਓ, ਮੈਂ ਉਹਦੇ ਅਰਥ ਸੁਣਾ ਦਿੰਦਾ ਤੁਹਾਨੂੰ। ਭਗਤ ਕਬੀਰ ਸਾਹਿਬ ਕਹਿੰਦੇ ਆ, ਇੱਕ ਘਰ ਅੱਗ ਲੱਗ ਗਈ ਜੀ। ਇੱਕ ਘਰ ਅੱਗ ਲੱਗ ਗਈ, ਦੋ ਬੰਦੇ ਉਸ ਘਰ 'ਚ ਬੈਠੇ ਸੀਗੇ। ਇੱਕ ਬਹੁਤਾ ਗਿਆਨੀ ਬੈਠਾ ਸੀਗਾ ਜੀ, ਇੱਕ ਆਮ ਮੂਰਖ ਬੰਦਾ ਬੈਠਾ ਹੈਗਾ ਜੀ। ਹਾਂਜੀ, ਜਦੋਂ ਅੱਗ ਲੱਗੀ ਤੇ ਗਿਆਨੀ ਸੋਚਣ ਲੱਗ ਪਿਆ ਬੈਠਾ ਵੀ ਅੱਗ ਕਿੱਥੋਂ ਨਿਕਲੀ ਹੈ, ਫਿਰ ਕਿੱਥੇ ਗਈ ਹੈ, ਫਿਰ ਕਿੱਥੇ ਗਈ ਹੈ। ਫਿਰ ਇਹਨੂੰ ਅੱਗ ਲੱਗੀ, ਫਿਰ ਇਹਨੂੰ ਅੱਗ ਲੱਗੀ, ਉਹ ਅੱਗ ਦੀ ਲਪੇਟ 'ਚ ਆਇਆ ਤੇ ਸੜ ਗਿਆ ਤੇ ਮਰ ਗਿਆ ਜੀ। ਤੇ ਜਿਹੜਾ ਮੂਰਖ ਬੰਦਾ ਸੀ ਨਾ, ਜਿਹਨੂੰ ਕਹਿੰਦੇ ਸੀ ਮੂਰਖ ਹੈ, ਉਹਨੇ ਵੇਖਿਆ ਅੱਗ ਲੱਗ ਗਈ, ਬਾਹਰ ਨਿਕਲੋ, ਭੱਜੋ, ਬਚਣਾ ਇੱਥੋਂ। ਉਹਨੇ ਅੱਗ ਲੱਗੀ ਵੇਖੀ, ਭਗਤ ਕਬੀਰ ਜੀ ਕਹਿੰਦੇ ਉਹ ਬਾਹਰ ਨਿਕਲਿਆ ਤੇ ਭੱਜ ਗਿਆ ਤੇ ਬਚ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਬਹੁਤੀਆਂ ਗਿਆਨ ਦੀਆਂ ਗੱਲਾਂ ਸੰਗਤ ਜੀ ਉਹ ਵੀ ਬੰਦੇ ਨੂੰ ਖਤਮ ਕਰ ਦਿੰਦੀਆਂ 'ਚ, ਸਾੜ ਦਿੰਦੀਆਂ 'ਚ। ਰੱਬ ਦੇ ਨਾਮ ਤੋਂ ਉੱਤੇ ਗੱਲ ਹੀ ਕੋਈ ਨਹੀਂ ਹੈਗੀ ਜੀ। ਉਹ ਕਹਿੰਦੇ ਤੁਸੀਂ ਬਹੁਤੀਆਂ ਹੀ ਗਿਆਨ ਦੀਆਂ ਗੱਲਾਂ ਲਈ ਫਿਰਦੇ 'ਚ, ਬਾਣੀ 'ਚ ਇਹੋ ਹੀ ਗਿਆਨ ਹੈਗਾ। ਨਾਮ ਜਪੋ ਤੇ ਉਧਾਰ ਕਰੋ ਆਪਣਾ, ਰੱਬ ਦੇ ਨਾਲ ਜੁੜੋ। ਹਾਂਜੀ। ਜਾਤ ਮਾਨ ਧਰ ਜਨਮ ਨਾ ਖੋਵਹੁ। ਹਾਂ, ਕਹਿੰਦੇ ਬਾਣੀ ਇਹ ਜ਼ਰੂਰ ਕਹਿੰਦੀ ਹੈ, ਜਾਤ ਦਾ ਮਾਣ ਨਹੀਂ ਕਰਨਾ। ਮੈਂ ਜੱਟ ਹਾਂ, ਮੈਂ ਫਲਾਣਾ ਹਾਂ, ਮੈਂ ਰਵਿਦਾਸੀਆ ਹਾਂ, ਮੈਂ ਖੱਤਰੀ ਹਾਂ, ਮੈਂ ਬ੍ਰਾਹਮਣ ਹਾਂ। ਬਾਣੀ ਇਹ ਗੱਲ ਕਹਿਣ ਦੀ ਇਜਾਜ਼ਤ ਨਹੀਂ ਦਿੰਦੀ। ਹਾਂਜੀ।
ਕਰੋ ਭਗਤ ਪ੍ਰਭ ਸਭ ਮਹਿ ਜੋਵਹੁ। ਭਗਤੀ ਕਰੋ, ਸਾਰਿਆਂ ਵਿੱਚ ਵਾਹਿਗੁਰੂ ਨੂੰ ਵੇਖੋ। ਸਭ ਮਹਿ ਜੋਤ, ਜੋਤ ਹੈ ਸੋਏ। ਕਹਿ ਪੰਡਤ ਹਮ ਭਾਖਾ ਕਹਾਂ, ਮੂਡਨ ਸਮਝਾਵਨ ਕੋ ਚਾਹਾਂ। ਉਹ ਪੰਡਤ ਅੱਗੋਂ ਕਹਿਣ ਲੱਗੇ, ਕਹਿੰਦੇ ਅਸੀਂ ਤੇ ਸਿੱਧੀ ਭਾਸ਼ਾ ਬੋਲਦੇ ਮੂਰਖਾਂ ਨੂੰ ਸਮਝਾਉਣ ਵਾਸਤੇ। ਮੂਰਖਾਂ ਨੂੰ ਸਮਝਾਉਣ ਵਾਸਤੇ ਵੇਦਾਂ ਦੇ ਅਰਥ ਕਰ ਕਰਕੇ ਸਿੱਧੀ ਭਾਸ਼ਾ 'ਚ ਦੱਸਦੇ ਆ। ਹਾਂਜੀ। ਸੁਨ ਮਾਧੋ ਨੇ ਫੇਰ ਬਖਾਨਾ। ਤੇ ਭਾਈ ਮਾਧੋ ਜੀ ਫਿਰ ਪੰਡਤਾਂ ਨੂੰ ਕਹਿਣ ਲੱਗੇ ਜੀ। ਹਾਂਜੀ। ਪਾਰ ਬ੍ਰਹਮ ਕਰਤਾਰ ਮਹਾਨਾ। ਕਹਿੰਦੇ ਹੁਣ ਸੁਣੋ, ਤੁਸੀਂ ਮੂਰਖਾਂ ਨੂੰ ਸਮਝਾਉਣ ਵਾਸਤੇ ਸੌਖੀ ਬੋਲੀ 'ਚ ਬੋਲ ਕੇ ਦੱਸਦੇ ਹੋ। ਭਾਈ ਮਾਧੋ ਜੀ ਕਹਿੰਦੇ, ਵਿਦਵਾਨੋ ਪੰਡਤੋ, ਰੱਬ ਬੜਾ ਵੱਡਾ ਹੈਗਾ। ਕਹਿਣ ਲੱਗੇ ਪਾਰ ਬ੍ਰਹਮ ਕਰਤਾਰ ਮਹਾਨਾ, ਰੱਬ ਬਹੁਤ ਵੱਡਾ ਹੈਗਾ। ਹਾਂਜੀ। ਜਿਸ ਕੇ ਸਵਾਸ ਵੇਦ ਸਭ ਜੋਵਾ। ਤੁਹਾਡੀ ਬੋਲੀ ਹੈ ਕਿ ਰੱਬ ਦੇ ਸਵਾਸ ਵੇਦ ਨੇ ਜੀ। ਵੇਦ ਰੱਬ ਦੇ ਸਵਾਸ ਨੇ। ਹਾਂਜੀ। ਸੋ ਸਰੂਪ ਸ਼੍ਰੀ ਨਾਨਕ ਹੋਵਾ। ਪਰ ਸੁਣ ਲੋ, ਜਿਸ ਰੱਬ ਦੇ ਸਵਾਸਾਂ ਨੂੰ ਕਹਿੰਦੇ ਹੋ ਵੀ ਵੇਦ ਰੱਬ ਦੇ ਸਵਾਸ ਨੇ, ਭਾਈ ਮਾਧੋ ਜੀ ਕਹਿੰਦੇ ਪਿਆਰਿਓ, ਉਹ ਰੱਬ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਧਾਰ ਕੇ ਆਏ ਨੇ। ਕਹਿਣ ਲੱਗੇ ਹਾਂਜੀ। ਕਲ ਮਹਿ ਮਤ ਬਹੀਨ ਨਰ ਜਾਣੇ। ਤੁਸੀਂ ਕਹਿੰਦੇ ਮੂਰਖਾਂ ਨੂੰ ਸਮਝਾਉਣ ਲਈ ਸੌਖੀ ਭਾਸ਼ਾ 'ਚ ਅਰਥ ਕਰਦੇ ਆ, ਪਰ ਕਹਿੰਦੇ ਸੁਣ ਲਓ, ਕਲਯੁਗ ਵਿੱਚ ਤਾਂ ਹੈ ਹੀ ਸਾਰੇ ਮੂਰਖ। ਗੱਜ ਕੇ ਆਖੋ ਵਾਹਿਗੁਰੂ। ਪਰ ਮੈਂ ਬਿਲਕੁਲ ਸੱਚ ਦੱਸਦਾ, ਇੱਥੇ ਹਰ ਬੰਦਾ ਜ਼ੋਰ ਲਾ ਕੇ ਦੱਸਣਾ ਚਾਹੁੰਦਾ ਹੈ ਮੈਂ ਸਿਆਣਾ ਹਾਂ। ਮਹਾਰਾਜ ਬਾਣੀ 'ਚ ਨਹੀਂ ਕਹਿੰਦੇ, ਸਾਰੇ ਕਹਿੰਦੇ ਮੈਂ ਹਾਂ। ਘੱਟ ਨਾ ਕੋਈ ਆਖੈ, ਕੋਈ ਘੱਟ ਨਹੀਂ ਕਹਿੰਦਾ। ਮਹਾਰਾਜ ਕਹਿੰਦੇ ਅਸਲ ਵਿੱਚ, ਵਾਹਿਗੁਰੂ ਭਾਈ ਮਾਧੋ ਜੀ ਕਹਿੰਦੇ ਅਸਲ 'ਚ ਕਲਯੁਗ ਦੇ ਸਾਰੇ ਬੰਦੇ ਮੂਰਖ ਨੇ ਜੀ। ਕਿਵੇਂ ਮੂਰਖ ਨੇ ਜੀ? ਮੈਂ ਕਥਾ ਕਰ ਰਿਹਾ ਜੀ, ਗੁਰੂ ਜੀ ਕਰਾ ਰਹੇ ਆ, ਮੈਂ ਨਹੀਂ ਕਰ ਸਕਦਾ ਜੀ। ਕਥਾ ਕਰ ਲਈ, ਫਿਰ ਮੂਰਖਤਾਈ ਵਾਲੇ ਕਰਮ ਕੀਤੇ, ਮੇਰੇ ਤੋਂ ਵੱਡਾ ਮੂਰਖ ਕੌਣ ਹੋਏਗਾ ਜੀ? ਤੁਸੀਂ ਸੁਣ ਲਈ, ਸਾਨੂੰ ਪਤਾ ਲੱਗ ਗਿਆ, ਫਿਰ ਮੂਰਖਤਾਈ ਵਾਲੇ ਕੰਮ ਹੋ ਜਾਂਦੇ ਸਾਡੇ ਕੋਲੋਂ ਜੀ। ਇਸ ਕਰਕੇ ਕਹਿੰਦੇ ਕਲਯੁਗ ਵਿੱਚ ਤਾਂ ਬੰਦੇ ਹੈ ਹੀ ਸਾਰੇ ਮੂਰਖ। ਹਾਂਜੀ। ਭਾਖਾ ਵਿਖੈ ਕਹਿਓ ਕਲਿਆਣੇ। ਉਹਨਾਂ ਵੇਖਿਆ ਵੀ ਕਿਹਨੂੰ ਕਿਹਨੂੰ ਸੰਸਕ੍ਰਿਤ ਦੇ ਅਰਥ ਕਰ ਦੱਸਾਂਗੇ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਫਿਰ ਬਾਣੀ ਸੌਖੀ ਰਚ ਦਿੱਤੀ, ਸਾਰੇ ਪੜਨ ਤੇ ਸਾਰੇ ਹੀ ਗਿਆਨ ਲੈਣ। ਹਾਂਜੀ। ਗੁਰੂ ਸ਼ਬਦ ਤੇ ਹੋਏ ਮਨ ਨੀਵਾ। ਜਦੋਂ ਗੁਰੂ ਦਾ ਸ਼ਬਦ ਪੜ੍ਹੀਏ ਮਨ ਨੀਵਾ ਹੁੰਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਮਨ ਨੀਵਾ ਹੁੰਦਾ ਹੈ। ਗੁਰੂ ਦਾ ਸ਼ਬਦ, ਗੁਰੂ ਦੇ ਸਿੱਖਾਂ ਦਾ ਸ਼ਬਦ ਜੀ। ਰਾਤੀ ਇੱਕ ਗੁਰਸਿੱਖ ਮੈਨੂੰ ਅਰਥ ਪੁੱਛ ਰਿਹਾ ਸੀ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਜਦੋਂ ਗੁਰਮੁਖ ਦੇ ਲੱਛਣ ਇਹਦੇ ਵਿੱਚ ਪੜ੍ਹੀਦੇ ਆ, ਪੜ੍ਹ ਕੇ ਹੈਰਾਨ ਹੋ ਜਾਈਦਾ। ਸਾਡੇ ਪੈਰਾਂ ਹੇਠਾਂ ਧਰਤੀ ਹੈ, ਜਿੰਨੇ ਬੈਠੇ, ਧਰਤੀ ਦੇ ਹੇਠਾਂ ਸੰਗਤ ਜੀ ਪਾਣੀ ਹੈ। ਹੁਣ ਉਹ ਗੁਰਸਿੱਖ ਵੀ ਪਾਣੀ ਵਰਗਾ ਕਹਿਣ ਲੱਗੇ। ਭਾਈ ਗੁਰਦਾਸ ਜੀ ਨੇ ਅੱਗੋਂ ਸਵਾਲ ਕੀਤਾ ਵੀ ਪਾਣੀ ਤੇ ਤੱਤਾ ਹੋ ਜਾਂਦਾ, ਪਾਣੀ ਠੰਡਾ ਵੀ ਹੋ ਜਾਂਦਾ। ਕਹਿੰਦੇ ਹਾਂ, ਰੱਬ ਦਾ ਪਿਆਰਾ ਵੀ ਗਰਮ ਹੁੰਦਾ ਕਿਸੇ ਦਾ ਭਲਾ ਕਰਨ ਲਈ। ਜੇ ਉਹ ਠੰਡਾ ਹੁੰਦਾ ਤਾਂ ਵੀ ਉਹ ਕਿਸੇ ਦਾ ਭਲਾ ਕਰਨ ਲਈ ਹੁੰਦਾ। ਕਿਉਂ? ਪਾਣੀ ਨੇ ਗਰਮ ਹੋਣਾ, ਗਰਮ ਪਾਣੀ ਵੀ ਭਲਾ ਕਰਦਾ, ਜੇ ਠੰਡਾ ਪਾਣੀ ਵੀ ਭਲਾ ਕਰਦਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਦੋਵੇਂ ਚੀਜ਼ਾਂ ਭਲਾ ਕਰਦੀਆਂ ਜੀ। ਸੋ ਇਸ ਕਰਕੇ ਕਹਿੰਦੇ ਗੁਰੂ ਦੇ ਸ਼ਬਦ ਪੜ੍ਹ ਕੇ ਮਨ ਨੀਵਾ ਹੁੰਦਾ ਹੈ। ਹਾਂਜੀ। ਸੰਸਕ੍ਰਿਤ ਤੇ ਮਾਨ ਵਧੀਵਾ। ਪਰ ਜਿਹਨੇ ਸੰਸਕ੍ਰਿਤ ਪੜ੍ਹ ਲਈ ਉਹਨੂੰ ਮਾਣ ਵੱਧ ਜਾਣਾ ਵੀ ਮੈਂ ਵਿਦਵਾਨ ਬਣ ਗਿਆ, ਹੁਣ ਮੇਰੇ ਤੋਂ ਵੱਧ ਹੋਰ ਕਿਸੇ ਨੂੰ ਨਹੀਂ ਆਉਂਦਾ ਜੀ। ਹਾਂਜੀ। ਜਿਨ ਮਾਨੀ ਸ਼੍ਰੀ ਸਤਿਗੁਰ ਬਾਣੀ। ਭਾਈ ਮਾਧੋ ਜੀ ਉਹਨਾਂ ਨੂੰ ਕਸ਼ਮੀਰ 'ਚ ਜਾ ਕੇ ਕਹਿੰਦੇ, ਜਿਨ੍ਹਾਂ ਨੇ ਮੇਰੇ ਗੁਰੂ ਦੀ ਬਾਣੀ ਨੂੰ ਮੰਨ ਲਿਆ। ਹਾਂਜੀ। ਸਰਬ ਸ਼ਕਤ ਜੁਤ ਭੇ ਬ੍ਰਹਮ ਗਿਆਨੀ। ਸਭ ਸ਼ਕਤੀਆਂ ਦੇ ਮਾਲਕ ਬਣ ਗਏ ਤੇ ਬ੍ਰਹਮ ਗਿਆਨ ਦੀ ਅਵਸਥਾ ਮਿਲੀ ਉਹਨਾਂ ਨੂੰ, ਜਿਨ੍ਹਾਂ ਨੇ ਇਸ ਬਾਣੀ ਨੂੰ ਮੰਨ ਲਿਆ। ਹਾਂਜੀ। ਦੇਸ਼ ਵਿਦੇਸ਼ਨ ਮਹਿ ਬਿਦਤਾਏ। ਉਹ ਭਗਤ ਕਬੀਰ ਜੀ ਵੀ ਇਸ ਗੱਲ ਨੂੰ ਕਹਿੰਦੇ ਆ। ਉਹ ਕਹਿੰਦੇ ਆ
ਕੋਈ ਕਹਿੰਦਾ ਹੈ ਇਹ ਗੀਤ ਹੈ, ਲੋਕ ਜਾਣੈ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹ ਤਾਂ ਬ੍ਰਹਮ ਦੀ ਵਿਚਾਰ ਹੈ। ਦੇਸ਼ ਵਿਦੇਸ਼ਨ ਮਹਿ ਬਿਦਤਾਏ, ਛਪੇ ਨਹੀਂ ਉਭਰੇ ਸਮੁਦਾਏ। ਬਾਣੀ ਪੜ੍ਹਨ ਵਾਲਾ ਦੇਸ਼ਾਂ ਵਿਦੇਸ਼ਾਂ 'ਚ ਮਸ਼ਹੂਰ ਹੋ ਜਾਂਦਾ, ਕਹਿਣ ਲੱਗੇ ਲੁੱਕ ਨਹੀਂ ਸਕਦਾ। ਸੰਗਤ ਜੀ, ਬਾਣੀ ਬੰਦੇ ਦਾ ਵੈਸੇ ਵੀ ਬੜਾ ਭਲਾ ਕਰਦੀ, ਮੰਨਿਓ ਇਸ ਗੱਲ ਨੂੰ ਜੀ। ਇਰਾਦਾ ਬਣਾ ਕੇ ਬਾਣੀ ਪੜ੍ਹਨ ਲੱਗ ਪਾਓ, ਤੁਹਾਡੀ ਗਰੀਬੀ ਦੂਰ ਹੋ ਜਾਏਗੀ। ਮੈਂ ਆਹ ਬਾਣੀ ਪੜ੍ਹਨੀ ਹੈ, ਗਰੀਬੀ ਦੂਰ ਹੋਏਗੀ। ਇਰਾਦਾ ਬਣਾ ਕੇ ਗੁਰਬਾਣੀ ਨੂੰ ਵਿਚਾਰਨ ਲੱਗ ਪਾਓ, ਤੁਹਾਨੂੰ ਬ੍ਰਹਮ ਗਿਆਨ ਦੀ ਦਾਤ ਮਿਲੇਗੀ ਜੀ। ਇੱਕ ਦਿਨ ਮੈਂ ਅੱਗੇ ਵੀ ਭਾਈ ਗੁਰਮੁਖ ਸਿੰਘ ਪਟਿਆਲੇ 'ਚ ਉਹਨਾਂ ਦਾ ਘਰ ਹੈ ਜੀ। ਜਿਹੜਾ ਇਲਾਕਾ ਬਹੁਤ ਅਮੀਰ ਹੈ ਨਾ, ਉੱਥੇ ਇੱਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈ, ਇੱਕ ਮੋਤੀ ਬਾਗ ਹੈ ਉੱਥੇ। ਉਹ ਇਲਾਕਾ ਬਹੁਤ ਅਮੀਰ ਇਲਾਕਾ ਹੈ ਜੀ। ਉਸੇ ਹੀ ਭਾਈ ਗੁਰਮੁਖ ਸਿੰਘ ਦੇ ਘਰ ਜਿਹੜੀ ਪਤਨੀ ਹੈ ਭਾਈ ਗੁਰਮੁਖ ਸਿੰਘ ਦੀ, ਬਹੁਤ ਗਰੀਬ ਸੀਗੀ, ਬਹੁਤ ਗਰੀਬ। ਭਗਤ ਗੁਰਕਿਰਪਾਲ ਸਿੰਘ ਜੀ ਗੁਰਵਾਲੀ ਵਾਲਿਆਂ ਕੋਲ ਉਹਨਾਂ ਦੇ ਪਿਤਾ ਜਾਂਦੇ ਹੁੰਦੇ ਸਨ। ਸਿੱਖਾਂ ਨੂੰ ਲੰਗਰ ਛਕਾਉਂਦੇ ਸਨ ਬੜੇ ਪ੍ਰੇਮ ਨਾਲ, ਕਰਜ਼ਾ ਵੀ ਲੈ ਲੈਂਦੇ ਸੀਗੇ ਜੀ। ਕਈ ਵਾਰੀ ਭਗਤ ਜੀ ਕੋਲ ਜਾਣ ਵਾਸਤੇ ਜੇਬ ਖਰਚੀ ਵੀ ਨਹੀਂ ਸੀ ਹੁੰਦੀ। ਭਗਤ ਜੀ ਨੇ ਇੱਕੋ ਹੀ ਕਹਿਣਾ ਵੀ ਮਹਾਰਾਜ ਦੀ ਬਾਣੀ ਸੁਖਮਣੀ ਸਾਹਿਬ ਪੜ੍ਹੋ, ਸੁੱਖ ਹੀ ਸੁੱਖ ਹੋਣਗੇ। ਸੁਖਮਣੀ ਸਾਹਿਬ ਦਾ ਪਾਠ ਕਰਨਾ ਨਹੀਂ ਉਹਨੇ ਛੱਡਿਆ ਜੀ। ਅੱਜ ਉਸੇ ਬੀਬੀ ਦੀ ਕੋਠੀ ਵਿੱਚ ਤੁਰਨ ਫਿਰਨ ਵਾਸਤੇ ਹੀ ਗੱਡੀ ਦੀ ਲੋੜ ਹੈਗੀ ਹੈ ਜੀ। ਕੋਠੀ ਇੰਨੀ ਵੱਡੀ ਹੈ ਜੀ। ਬਾਣੀ ਇੱਛਾ ਰੱਖ ਕੇ ਪੜ੍ਹ ਲਈ, ਬਾਣੀ ਨੇ ਭਲਾ ਕਰਤਾ। ਬਾਣੀ ਸੰਸਾਰੀ ਇੱਛਾਵਾਂ ਵੀ ਪੂਰੀਆਂ ਕਰਦੀ ਹੈ, ਬਾਣੀ ਬ੍ਰਹਮ ਗਿਆਨ ਵੀ ਦੇ ਦਿੰਦੀ ਹੈ। ਪੜ੍ਹ ਕੇ ਤੇ ਵੇਖੇ ਕੋਈ ਜੀ। ਹਾਂਜੀ। ਇਤਿਆਦਿਕ ਕਹਿ ਬਹੁ ਸਮਝਾਏ। ਇਸ ਤਰੀਕੇ ਨਾਲ ਭਾਈ ਮਾਧੋ ਜੀ ਨੇ ਉਹਨਾਂ ਬ੍ਰਾਹਮਣਾਂ ਨੂੰ ਸਮਝਾਇਆ ਜੀ। ਹਾਂਜੀ। ਬਚਨ ਪ੍ਰਤਾਪ ਭਏ ਸਿੱਖ ਆਏ। ਬਚਨ ਪ੍ਰਤਾਪ ਭਏ ਸਿੱਖ ਆਏ, ਗੱਜ ਕੇ ਆਖੋ ਵਾਹਿਗੁਰੂ। ਹੁਣ ਭਾਈ ਮਾਧੋ ਜੀ ਦੇ ਪਿੱਛੇ ਗੁਰੂ ਅਰਜਨ ਸਾਹਿਬ ਜੀ ਦੀ ਕਿਰਪਾ ਵਰਤਦੀ ਹੈ। ਮਹਾਰਾਜ ਨੇ ਆਪ ਹੱਥ ਦੇ ਕੇ ਤੋਰਿਆ ਸੀ ਨਾ। ਭਾਈ ਮਾਧੋ ਜੀ ਦੇ ਬਚਨਾਂ 'ਚ ਰਸ ਹੈ। ਬਚਨਾਂ ਦੇ ਪ੍ਰਤਾਪ ਨਾਲ ਬਹੁਤ ਸਾਰੇ ਕਸ਼ਮੀਰ ਦੇ ਲੋਕ ਸਿੱਖ ਬਣੇ, ਗੁਰੂ ਦੀ ਬਾਣੀ ਪੜ੍ਹਨ ਲੱਗੇ। ਕਥਾ ਕੀਰਤਨ ਦੋਨੋਂ ਕਾਲ। ਦੋਨੋਂ ਸਮੇਂ ਸਵੇਰੇ ਸ਼ਾਮ ਕਥਾ ਵੀ ਹੋਇਆ ਕਰੇ, ਕੀਰਤਨ ਵੀ ਹੋਇਆ ਕਰੇ। ਹਾਂਜੀ। ਸੁਨਹਿ ਕਰਹਿ ਧਰ ਪ੍ਰੇਮ ਵਿਸਾਲ। ਕਸ਼ਮੀਰ ਦੇ ਲੋਕ ਸੁਣਦੇ ਐ, ਕਥਾ ਕਰਦੇ ਐ, ਕਥਾ ਨੂੰ ਵਿਚਾਰਦੇ ਐ, ਹਿਰਦੇ 'ਚ ਪ੍ਰੇਮ ਪੈਦਾ ਹੁੰਦਾ। ਇਸੇ ਹੀ ਸਤਸੰਗ ਵਿੱਚ ਭਾਈ ਸੇਵਾ ਦਾਸ ਸੀ, ਜਿਹਦੀ ਮਾਤਾ ਭਾਗ ਭਰੀ ਸੀ। ਸੇਵਾ ਦਾਸ ਨੇ ਸਤਸੰਗ ਵਿੱਚੋਂ ਗੁਰੂ ਦੀ ਮਹਿਮਾ ਸੁਣੀ, ਮਾਈ ਭਾਗ ਭਰੀ ਨੂੰ ਦੱਸੀ। ਉਹਨੇ ਗੁਰੂ ਹਰਗੋਬਿੰਦ ਸਾਹਿਬ ਲਈ ਚੋਲਾ ਬਣਾਇਆ। ਗੁਰੂ ਹਰਗੋਬਿੰਦ ਸਾਹਿਬ ਚੋਲਾ ਲੈਣ ਸ਼੍ਰੀਨਗਰ ਕਸ਼ਮੀਰ ਗਏ ਜੀ। ਫਿਰ ਜੀ ਇੱਥੋਂ ਹੀ ਸੰਗਤ 'ਚੋਂ ਲਾਗ ਲੱਗੀ ਸੀਗੀ ਜੀ। ਹਾਂਜੀ। ਧਰਮਸਾਲਪੁਰ ਵਿਖੇ ਬਣਾਈ। ਗੱਜ ਕੇ ਆਖੋ ਵਾਹਿਗੁਰੂ। ਧਰਮਸ਼ਾਲਾ ਬਣਾਈ ਜੀ, ਧਰਮਸ਼ਾਲਾ ਉੱਥੇ ਕਸ਼ਮੀਰ ਦੇ ਵਿੱਚ। ਹਾਂਜੀ। ਸੇਵਹਿ ਸਤ ਸੰਗਤ ਸਮੁਦਾਈ। ਸਤ ਸੰਗਤ ਦੀ ਖੂਬ ਸੇਵਾ ਹੁੰਦੀ। ਕਸ਼ਮੀਰ ਵਿੱਚ ਸਵਰਗ ਵਾਲਾ ਮਾਹੌਲ ਬਣ ਗਿਆ ਜੀ। ਹਾਂਜੀ। ਸਿੱਖਨ ਸੇਵ ਹੋਣ ਤਬ ਲਾਗੀ। ਹਾਂਜੀ। ਭਏ ਗੁਰੂ ਪਗ ਕੇ ਅਨੁਰਾਗੀ। ਗੱਜ ਕੇ ਆਖੋ ਵਾਹਿਗੁਰੂ। ਤੇ ਗੁਰਸਿੱਖ ਗੁਰਸਿੱਖਾਂ ਦੀ ਸੇਵਾ ਕਰਦੇ ਆ, ਗੁਰੂ ਗੁਰੂ ਜਪਦੇ ਆ। ਕਸ਼ਮੀਰ ਵਿੱਚ ਸਤਸੰਗ ਹੁੰਦਾ ਹੈ। ਉੱਚੀਆਂ ਸੁਰਤਾਂ ਵਾਲੇ ਗੁਰਸਿੱਖ ਜਿਹੜੇ ਆ ਉਹ ਫਿਰ ਕਸ਼ਮੀਰ ਦੇ ਵਿੱਚ ਬਣੇ ਜੀ। ਹਾਂਜੀ। ਦੋਹਰਾ ਰੂਪ ਚੰਦ ਭੀਵਾ ਜੁਗਲ ਬਸਹਿ ਸਰਹੰਦ ਮਝਾਰ। ਹੁਣ ਅੱਗੋਂ ਕਥਾ ਸੁਣੋ ਧਿਆਨ ਨਾਲ, ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਭਾਈ ਰੂਪ ਚੰਦ ਜੀ ਤੇ ਭਾਈ ਭੀਵਾ ਜੀ ਸਰਹੰਦ 'ਚ ਰਹਿੰਦੇ ਆ, ਫਤਿਹਗੜ੍ਹ ਸਾਹਿਬ। ਉਦੋਂ ਫਤਿਹਗੜ੍ਹ ਸਾਹਿਬ ਨਹੀਂ ਸੀ ਨਾਮ, ਸਰਹੰਦ ਸੀਗਾ ਜੀ। ਹਾਂਜੀ। ਕਿਰਤ ਕਰਹਿ ਸਿੱਖਨ ਮਿਲਹਿ ਬਾਂਟਤ ਅਚਹਿ ਆਹਾਰ। ਕਿਰਤ ਕਰਦੇ, ਕਿਰਤ ਕਮਾਈ ਕਰਦੇ ਆ, ਮਿਹਨਤ ਮਜ਼ਦੂਰੀ ਕਰਦੇ। ਉਹ ਆਏਗਾ ਕੀ ਕਿਰਤ ਕਰਦੇ।
ਤੇ ਜੋ ਚੌਪਈ। ਪੈਸੇ ਮਿਲਦੇ ਆ ਗੁਰਸਿੱਖਾਂ ਦੀ ਸੇਵਾ ਕਰਦੇ ਆ। ਗੱਜ ਕੇ ਆਖੋ ਵਾਹਿਗੁਰੂ। ਰਾਤੀ ਇੱਕ ਗੁਰੂ ਦਾ ਪਿਆਰਾ ਮੈਨੂੰ ਪੁੱਛ ਰਿਹਾ ਸੀ, ਚਲੋ ਨਾਲ ਗੱਲ ਆ ਗਈ, ਮੈਂ ਦੱਸ ਦਿਆਂ। ਉਹ ਕਹਿੰਦੇ ਜੀ ਪਤਾ ਵਾ ਕਮਾਈ ਕਰਨ ਦਾ ਵੀ ਪੈਸੇ ਨਾਲ ਨਹੀਂ ਜਾਣੇ, ਪਰ ਮੇਰੀ ਕਮਾਈ ਹੈ, ਕਮਾਈ ਕਰਦਾ, ਮੇਰਾ ਕੰਮਕਾਰ ਵੀ ਚੰਗਾ, ਦੱਸੋ ਫਿਰ ਮੈਂ ਕੀ ਕਰਾਂ। ਤੇ ਕਥਾ ਵਿੱਚੋਂ ਜੋ ਪੜ੍ਹਿਆ ਉਹਦੇ ਵਿੱਚੋਂ ਜੋ ਸੇਧ ਮਿਲੀ ਉਹਦੇ ਅਨੁਸਾਰ ਦਾਸ ਨੇ ਉਹਨੂੰ ਬੇਨਤੀ ਕੀਤੀ, ਭਾਈ ਕਮਾਈ ਕਰ, ਰੱਜ ਕੇ ਕਰ, ਪਰ ਉਹਦਾ ਮਨੋਰਥ ਵਧੀਆ ਕਰ ਲਓ। ਹੁਣ ਸੁਣਿਆ ਨਾ, ਕਿਰਤ ਕਰਹਿ ਸਿੱਖਣ ਮਿਲਹਿ ਬਾਂਟਤ ਅਚਹਿ ਆਹਾਰ। ਉਹ ਕਿਰਤ ਵੀ ਕਰਦੇ ਦੋਵੇਂ ਭਰਾ, ਸਿੱਖਾਂ ਨੂੰ ਮਿਲਦੇ ਆ, ਲੰਗਰ ਛਕਾਉਂਦੇ ਸਾਰਿਆਂ ਨੂੰ ਜੀ। ਜਿਹਦੀ ਖੂਬ ਕਮਾਈ ਹੈ ਉਹ ਸਿੱਖਾਂ ਦੀ ਸੇਵਾ ਕਰੇ ਜੀ। ਹਾਂਜੀ। ਚੌਪਈ। ਪੂਰਬ ਦਿਵਸ ਮਹਿ ਅਸਨ ਬਨਾਵਹਿ। ਪੂਰਬ ਕਿੱਥੇ ਲਿਖਿਆ? ਪੁਰਬ ਦਿਵਸ ਮਹਿ ਅਸਨ ਬਨਾਵਹਿ। ਪੂਰਬ ਤੇ ਪੁਰਬ ਦਾ ਬੜਾ ਫਰਕ ਹੈਗਾ ਜੀ। ਪੂਰਬ ਦਿਸ਼ਾ ਦਾ ਨਾਂ ਹੈਗਾ ਜੀ, ਤੇ ਪੁਰਬ ਹੁੰਦਾ ਦਿਨ ਵਾਰ, ਜਿਵੇਂ ਅਸੀਂ ਕਹਿੰਦੇ ਗੁਰਪੁਰਬ। ਗੱਜ ਕੇ ਆਖੋ ਵਾਹਿਗੁਰੂ। ਹਾਂ, ਪੁਰਬਾਂ ਵਾਲੇ ਦਿਨ ਉਹਨਾਂ ਆਪਣੇ ਘਰ ਲੰਗਰ ਬਣਾਉਣਾ ਦੋਵਾਂ ਭਰਾਵਾਂ ਨੇ ਜੀ। ਹਾਂਜੀ। ਸਿੱਖਨ ਕੋ ਧਰ ਭਾਉ ਅਚਾਵਹਿ। ਸੰਗਰਾਂਦ ਮੱਸਿਆ ਪੁੰਨਿਆ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਹੋਣਾ, ਲੰਗਰ ਬਣਾਉਣਾ ਤੇ ਬੜੀ ਸ਼ਰਧਾ ਦੇ ਨਾਲ ਛਕਾਉਣਾ ਜੀ। ਹਾਂਜੀ। ਏਕ ਮੁਗਲ ਤਿਨਕੇ ਢਿਗ ਆਏ। ਇੱਕ ਮੁਗਲ ਉਹਨਾਂ ਦੇ ਕੋਲ ਆਇਆ ਜੀ। ਸਰਹੰਦ 'ਚ ਮੁਸਲਮਾਨ ਵੀ ਰਹਿੰਦੇ ਨਾ ਜੀ। ਹਾਂਜੀ। ਸੌਂਪੀ ਦੀ ਨਾਰ ਜੋ ਸਮੁਦਾਏ। ਉਹਨੇ ਉਹਨੂੰ ਮੋਹਰਾਂ ਦਿੱਤੀਆਂ ਜੀ ਸਿੱਖਾਂ ਨੂੰ ਜੀ। ਸਿੱਖਾਂ ਦੀ ਇਹ ਦੁਕਾਨ ਸੀਗੀ ਜੀ ਮੋਹਰਾਂ ਦੀ। ਵਾਹਿਗੁਰੂ ਕੱਲੀ ਮੋਹਰਾਂ ਦੀ ਨਹੀਂ, ਉਹ ਚੀਜ਼ਾਂ ਰੱਖਦੇ ਸਨ, ਹੁੰਡੀ ਕਰਕੇ ਦੇ ਦਿੰਦੇ ਸੀਗੇ ਜੀ। ਹਾਂਜੀ। ਧਰ ਦਿੱਲੀ ਕੋ ਗਮਨਿਓ ਸੋਏ। ਉਹਨੇ ਉਹ ਮੋਹਰਾਂ ਦਿੱਤੀਆਂ ਮੁਗਲ ਨੇ, ਕਹਿੰਦਾ ਮੋਹਰਾਂ ਰੱਖ ਲਓ, ਮੈਂ ਦਿੱਲੀ ਚੱਲਾਂ। ਹਾਂਜੀ। ਲਿਖਿਓ ਵਹੀਂ ਪਰ ਨਹਿ ਇਨ ਦੋਏ। ਪਰ ਗੁਰਸਿੱਖਾਂ ਨੂੰ ਚੇਤਾ ਭੁੱਲ ਗਿਆ, ਵਹੀ ਖਾਤੇ ਤੇ ਮੋਹਰਾਂ ਚਾੜੀਆਂ ਨਹੀਂ ਜੀ, ਵੀ ਇਹਨੇ ਮੋਹਰਾਂ ਸਾਡੇ ਕੋਲ ਰੱਖੀਆਂ ਨੇ, ਚਾੜੀਆਂ ਨਹੀਂ, ਲਿਖੀਆਂ ਨਹੀਂ ਜੀ। ਹਾਂਜੀ। ਬਿਸਰ ਗਏ ਨਹਿ ਹਿਰਦੈ ਸੰਭਾਰੀ। ਚੇਤਾ ਨਹੀਂ ਰਿਹਾ, ਬੰਦਾ ਭੁੱਲਣਾ ਆ ਰਿਹਾ, ਚੇਤਾ ਭੁੱਲ ਜਾਂਦਾ। ਉਹਨਾਂ ਨੂੰ ਚੇਤਾ ਭੁੱਲ ਗਿਆ ਸਿੱਖਾਂ ਨੂੰ ਜੀ। ਹਾਂਜੀ। ਧਰੀ ਰਹੀ ਜਹ ਧਰ ਇੱਕ ਬਾਰੀ। ਉਹ ਉੱਥੇ ਹੀ ਪਈਆਂ ਰਹੀਆਂ ਜੀ ਮੋਹਰਾਂ ਦੀ। ਹਾਂਜੀ। ਪੰਚ ਮਾਸ ਮਹਿ ਹਠ ਸੋ ਆਇਓ। ਉਹ ਇਹ ਲਾਗੇ ਇੱਕ ਘੜੇ 'ਚ ਰੱਖੀਆਂ ਸਨ, ਉਹ ਘੜਾ ਅੱਗੇ ਪਿੱਛੇ ਰੱਖ ਦਿੱਤਾ ਜੀ। ਮੋਹਰਾਂ ਹੁਣ ਪਤਾ ਨਹੀਂ ਕਿੱਥੇ ਗਈਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਮਤਲਬ ਹੈ ਤੇ ਦੁਕਾਨ 'ਚ ਹੀ ਸੀ, ਪਰ ਉਹਨੂੰ ਸਿੱਖਾਂ ਨੂੰ ਚੇਤਾ ਭੁੱਲ ਗਿਆ। 5 ਮਹੀਨੇ ਲੰਘ ਗਏ, ਉਹ ਮੁਗਲ ਦਿੱਲੀ ਤੋਂ ਸਰਹੰਦ ਵਾਪਸ ਆਇਆ ਜੀ। ਹਾਂਜੀ। ਦੋਨੋਂ ਕੋ ਨਿਜ ਬਦਨ ਦਿਖਾਇਓ। ਦੋਵੇਂ ਭਰਾ ਬੈਠੇ ਸਨ, ਉਹਨੇ ਆਪਣਾ ਚਿਹਰਾ ਵਿਖਾਇਆ ਆ ਕੇ। ਹਾਂਜੀ। ਹਿਤ ਜਾਚਨ ਧਨ ਬਾਕ ਸੁਨਾਵਾ। ਕਹਿੰਦਾ ਭਾਈ ਪਿਆਰਿਓ, ਤੁਹਾਨੂੰ ਮੈਂ ਮਾਇਆ ਦੇ ਕੇ ਗਿਆ ਸਾਂ, ਮਾਇਆ ਮੇਰੀ ਮੈਨੂੰ ਦੇਖ ਦਿਓ। ਹਾਂਜੀ। ਮੈਂ ਤੁਮਰੇ ਢਿਗ ਤਰ ਗਮਨਾਵਾ। ਤੁਹਾਡੇ ਕੋਲ ਮੈਂ ਧਰ ਕੇ ਇੱਥੋਂ ਗਿਆ ਸਾਂ, ਮੈਨੂੰ ਮੇਰੇ ਪੈਸੇ ਦੇ ਦਿਓ। ਵਹੀਂ ਖੋਲ ਦੇਖਤ ਨਿਜ ਲਿਖਿਓ। ਹੁਣ ਉਹ 5 ਮਹੀਨਿਆਂ ਦੀ ਗੱਲ ਨਹੀਂ ਚੇਤਾ ਰਹਿੰਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਇੱਥੇ ਤਾਂ ਬੰਦਾ ਅੱਜ ਕਹਿ ਕੇ ਕੱਲ ਨਹੀਂ ਚੇਤਾ ਰਹਿੰਦਾ ਜੀ। ਉਹਨਾਂ ਨੇ ਰਜਿਸਟਰ ਵੇਖਿਆ ਜੀ ਆਪਣਾ। ਹਾਂਜੀ। ਨਹੀਂ ਨਾਵ ਮੁਗਲਹਿ ਕੋ ਪਿਖਿਓ। ਉਹ ਵੇਖਦੇ ਵੀ ਇਹਦਾ ਨਾਮ ਤੇ ਕਿਤੇ ਨਹੀਂ ਲਿਖਿਆ। ਹਾਂਜੀ। ਹਮਰੇ ਪਾਸ ਧਰੀ ਨਹਿ ਤੋਹੀ। ਤੇ ਸਿੱਖ ਉਹਨੂੰ ਮੁਗਲ ਨੂੰ ਕਹਿਣ ਲੱਗੇ, ਮੋਹਰਾਂ ਤੂੰ ਸਾਨੂੰ ਨਹੀਂ ਦਿੱਤੀਆਂ। ਹਾਂਜੀ। ਵਹੀ ਨਾਮ ਕੋ ਪਿਖਿਓ ਨਾ ਮੋਹੀ। ਜੇ ਤੂੰ ਦਿੱਤੀਆਂ ਹੁੰਦੀਆਂ ਤੇ ਤੇਰਾ ਨਾਮ ਵਿੱਚ ਹੁੰਦਾ। ਹੁਣ ਤੁਸੀਂ ਸੋਚੋ ਵੀ ਗਲਤ ਕੌਣ ਹੈ? ਸਿੱਖ। ਗੱਜ ਕੇ ਆਖੋ ਵਾਹਿਗੁਰੂ। ਪਰ ਉਹਨਾਂ ਨੂੰ ਆਪ ਨੂੰ ਚੇਤਾ ਨਹੀਂ ਰਿਹਾ ਜੀ। ਹੇਰਾ ਫੇਰੀ ਕਰਨੀ ਨਹੀਂ ਸੀ ਉਹਨਾਂ ਨੇ, ਉਹਨਾਂ ਨੂੰ ਚੇਤਾ ਨਹੀਂ ਰਿਹਾ ਜੀ। ਹਾਂਜੀ। ਝਗਰਤ ਝਗਰਤ ਕਰੇ ਸ਼ਿਤਾਬ। ਉਹ ਕਹਿੰਦਾ ਮੈਂ ਮੋਹਰਾਂ ਦੇ ਕੇ ਗਿਆ, ਇਹ ਕਹਿਣ ਹੈ ਨਹੀਂ ਸਾਡੇ ਕੋਲ, ਲੜਾਈ ਵੱਧ ਗਈ ਜੀ।
ਲੜਾਈ ਵੱਧਦਿਆਂ ਵੱਧਦਿਆਂ ਹਿਤ ਨਿਆਓ ਟਿਕ ਗਏ ਨਵਾਬ। ਤੇ ਸੰਗਤ ਜੀ ਸਰਹੰਦ ਦੇ ਨਵਾਬ ਕੋਲ ਗੱਲ ਪਹੁੰਚ ਗਈ ਜੀ ਵੀ ਨਿਆਂ ਕਰੋ। ਹਾਂਜੀ, ਤਹਾਂ ਤੇਲ ਕੋ ਧਰਿਓ ਕਰਾਹਾ। ਤੇ ਇਹਨੂੰ ਕਹਿੰਦੇ ਸੀ ਧਰਮ ਦਾ ਨਿਆਂ। ਧਰਮ ਦਾ ਨਿਆਂ। ਲੋਕੀ ਜਤੀ ਸਤੀ ਸਨ, ਝੂਠ ਨਹੀਂ ਸੀ ਬੋਲਦੇ ਜੀ। ਉੱਥੇ ਤੇਲ ਦਾ ਕੜਾਇਆ ਭਰਿਆ ਸੀਗਾ ਜੀ। ਹਾਂਜੀ, ਤਪਤ ਕਰਿਓ ਪਾਵਹੁ ਕਰ ਮਾਹਾ। ਉਹਨੇ ਉਹ ਖੂਬ ਗਰਮ ਹੋਇਆ ਸੀਗਾ। ਵਜ਼ੀਰ ਉਹਨਾਂ ਨੂੰ ਕਹਿਣ ਲੱਗਾ, ਪੰਚ ਮੁਹਰ ਕੋ ਕਰਨ ਪ੍ਰਸਾਦ। ਕਹਿਣ ਲੱਗਾ ਹੱਥ ਪਾਓ। ਗੱਜ ਕੇ ਆਖੋ ਵਾਹਿਗੁਰੂ। ਜਿਹਦਾ ਹੱਥ ਸਬੂਤਾ ਰਹਿ ਗਿਆ ਉਹ ਸੱਚ ਬੋਲਦਾ, ਜਿਹਦਾ ਸੜ ਗਿਆ ਉਹ ਝੂਠ ਬੋਲੇਗਾ। ਸਮਝ ਲੈਣਾ ਵੀ ਉਹ ਝੂਠ ਬੋਲਦਾ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਸੰਗਤ ਜੀ, ਤੇਲ ਦੇ ਕੜਾਏ ਵਿੱਚ ਹੱਥ ਪਾਉਣਾ, ਹੱਥ ਤੇ ਸੜਨਾ ਹੀ ਹੈ। ਹੱਥ ਦਾ ਤੇ ਇਹੋ ਹੀ ਅੰਤ ਹੋਣਾ ਹੈ ਨਾ, ਵੀ ਹੱਥ ਪਾਇਆ ਬਾਂਹ ਪਾਈ, ਹੱਥ ਤੇ ਗਿਆ। ਪਰ ਇਹ ਸੀ ਧਰਮ ਦਾ ਨਿਆਂ। ਕੋਈ ਗੱਲ ਹੋਵੇ ਧਰਮ ਦਾ ਨਿਆਂ। ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਗੱਲ ਕਰਦੇ ਹਾਂ। ਇੱਥੇ ਜਿਹੜਾ ਝੂਠ ਬੋਲੇਗਾ ਉਹਨੂੰ ਸਜ਼ਾ ਆਪੇ ਮਿਲ ਜਾਏਗੀ ਜੀ। ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਤੋਂ ਕੋਈ ਉੱਤੇ ਨਹੀਂ ਨਾ ਚੀਜ਼ ਹੈਗੀ। ਇਹ ਹੈ ਧਰਮ ਦਾ ਨਿਆਂ। ਉਹ ਕਹਿੰਦਾ ਧਰਮ ਦਾ ਨਿਆਂ ਕਰ ਲੈਨੇ, ਤੇਲ ਦੇ ਕੜਾਇਆਂ 'ਚ ਹੱਥ ਪਾ ਲਓ, ਜਿਹੜਾ ਸਹੀ ਹੋਏਗਾ ਉਹਦਾ ਹੱਥ ਬਚ ਜਾਏਗਾ। ਹਾਂਜੀ, ਸਿੱਖਨ ਗੁਰ ਸੁਖ ਸੁਖੀ ਆਦ। ਪੰਚ ਮੋਹਰ ਕੋ ਕਰਨ ਪ੍ਰਸਾਦ। ਸਿੱਖਨ ਗੁਰ ਸਿੱਖ ਸੁਖੀ ਆਦ। ਗੱਜ ਕੇ ਆਖੋ ਵਾਹਿਗੁਰੂ। ਉਂਝ ਸਿੱਖਾਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਪੰਜ ਮੋਹਰਾਂ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਾਵਾਂਗੇ, ਮਹਾਰਾਜ ਸਾਡੀ ਇੱਜ਼ਤ ਰੱਖਿਓ ਗੁਰੂ ਅਰਜਨ ਦੇਵ ਜੀ। ਹਾਂਜੀ, ਮੁਗਲ ਸ਼ੀਰਨੀ ਪੀਰਨ ਮਾਨੀ। ਉਹ ਮੁਗਲ ਸੀ, ਉਹਨੇ ਵੀ ਸੁਖਣਾ ਸੁੱਖ ਲਈ ਜੀ। ਕਹਿੰਦਾ ਮੈਂ ਚੌਲ ਚੜਾਵਾਂਗਾ, ਸ਼ੀਰਨੀ ਚੜਾਵਾਂਗਾ। ਹਾਂਜੀ, ਬਾਂਟਨ ਕਰੋ ਦਰੂਦ ਬਖਾਨੀ। ਤੇ ਰੋਟ ਬਣਾ ਕੇ ਵੀ ਵੰਡਾਂਗਾ। ਉਹਨੇ ਇਹ ਆਪਣੀ ਸੁੱਖ ਸੁੱਖ ਲਈ ਪੀਰਾਂ ਦੇ ਅੱਗੇ। ਹਾਂਜੀ, ਦੋਨੋਂ ਕੇ ਕਰ ਪਰਿਓ ਕਰਾਹੇ। ਹਾਂਜੀ। ਸਿੱਖ ਕਰ ਬਚਿਓ ਮੁਗਲ ਕੋ ਦਾਹੇ। ਹੁਣ ਉਧਰੋਂ ਉਹਨੂੰ ਵੀ ਆਪਣਿਆਂ ਤੇ ਭਰੋਸਾ ਸੀਗਾ, ਇਧਰੋਂ ਗੁਰਸਿੱਖਾਂ ਨੂੰ ਤੇ ਸਤਿਗੁਰਾਂ ਤੇ ਭਰੋਸਾ ਹੈ ਹੀ ਹੈ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਗੁਰੂ ਅਰਜਨ ਦੇਵ ਜੀ ਦਾ ਨਾਮ ਲਿਆ, ਤਪ ਦੇ ਕੜਾਏ ਦੇ ਵਿੱਚ ਹੱਥ ਪਾ ਦਿੱਤਾ ਜੀ, ਤੇਲ ਦੇ ਵਿੱਚ ਜੀ। ਉਹਨੇ ਵੀ ਨਾਮ ਲਿਆ, ਉਹਨੇ ਵੀ ਹੱਥ ਪਾ ਦਿੱਤਾ ਜੀ। ਹਾਂਜੀ, ਕਰ ਕੂਰਾ ਸਿੱਖ ਕਰ ਬਚਿਓ ਮੁਗਲ ਕੋ ਦਾਹੇ। ਪਰ ਕਮਾਲ ਦੀ ਗੱਲ ਹੋ ਗਈ, ਕੁਝ ਸਮਾਂ ਹੱਥ ਰੱਖਿਆ, ਕੱਢਿਆ, ਸਿੱਖ ਦਾ ਹੱਥ ਜਿਉਂ ਤਿਉਂ ਸੀਗਾ, ਜਿਉਂ ਦਾ ਤਿਉਂ ਸੀਗਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਿੱਖ ਦਾ ਹੱਥ ਜਿਉਂ ਦਾ ਤਿਉਂ ਰਿਹਾ ਤੇ ਮੁਗਲ ਦਾ ਹੱਥ ਸੜ ਗਿਆ ਜੀ। ਹਾਂਜੀ, ਕਰ ਕੂਰਾ ਸੋ ਵਹਿਰ ਨਿਕਾਰਾ। ਨਵਾਬ ਕਹਿੰਦਾ ਚੱਲ ਮੁਸਲਮਾਨ ਹੋ ਕੇ ਝੂਠ ਬੋਲਦਾ, ਨਿਕਲ ਜਾ ਮੇਰੀ ਸਭਾ ਚੋਂ। ਹਾਂਜੀ, ਭੀਵਾ ਆਪਣੇ ਸਦਨ ਸਿਧਾਰਾ। ਭਾਈ ਭੀਵਾ ਜੀ, ਸੰਗਤ ਜੀ ਉਹ ਆਪਣੇ ਘਰ ਆ ਕੇ ਜੀ। ਹਾਂਜੀ, ਰੂਪ ਚੰਦ ਭਰਾਤਾ ਸੋ ਕਹਿਓ। ਭਾਈ ਭੀਵਾ ਆਪਣੇ ਦੂਜੇ ਭਰਾ ਰੂਪ ਚੰਦ ਜੀ ਨੂੰ ਕਹਿਣ ਲੱਗਾ, ਕਿਉਂ ਧਨ ਮੁਗਲ ਮੰਗਬੋ ਚਾਹਿਓ। ਗੱਜ ਕੇ ਆਖੋ ਵਾਹਿਗੁਰੂ। ਫਿਰ ਵੀ ਇਮਾਨਦਾਰੀ ਹੈ। ਭਾਈ ਰੂਪ ਚੰਦ ਤੂੰ ਮੇਰਾ ਭਰਾ ਹੈ। ਦੋਵੇਂ ਭਰਾ ਵਿਚਾਰ ਕਰਨ ਦੇ, ਮੁਗਲ ਸਾਡੇ ਕੋ ਆ ਕੇ ਪੈਸੇ ਕਿਉਂ ਮੰਗਦਾ ਸੀਗਾ ਬਾਰ-ਬਾਰ। ਹਾਂਜੀ, ਤਬ ਦੋਨੋਂ ਨੇ ਸਕਲ ਦੁਕਾਨ। ਅਖੀਰ ਜੇ ਉਹ ਝੂਠਾ ਸੀ, ਉਹਦਾ ਹੱਥ ਸੜਨਾ ਸੀ, ਉਹਨੂੰ ਪਤਾ ਸੀ, ਫਿਰ ਵੀ ਉਹਨੇ ਤੇਲ ਦੇ ਵਿੱਚ ਹੱਥ ਪਾਤਾ। ਤੇ ਦੋਵੇਂ ਭਰਾ ਸੋਚਣ ਦੇ ਐ, ਝੂਠਾ ਬੰਦਾ ਤੇ ਤੇਲ ਵਿੱਚ ਹੱਥ ਨਹੀਂ ਪਾਏਗਾ। ਗੱਜ ਕੇ ਆਖੋ ਵਾਹਿਗੁਰੂ। ਜਿਵੇਂ ਝੂਠਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਆ ਕੇ ਗੱਲ ਨਹੀਂ ਕਰ ਸਕਦਾ, ਜੇ ਕਰੇਗਾ ਤੇ ਸਮੇਂ ਨਾਲ ਨਿਆਂ ਹੋ ਜਾਏਗਾ। ਕਹਿੰਦੇ ਉਹ ਸੱਚਾ ਨਾ ਹੋਵੇ, ਕਿਤੇ ਸੱਚਾ ਨਾ ਹੋਵੇ।
ਦੁਨੀਆਦਾਰੀ ਦੇ ਤੌਰ ਤੇ ਫੈਸਲਾ ਹੋ ਗਿਆ ਜੀ, ਸਿੱਖ ਫਿਰ ਵੀ ਪੜਚੋਲ ਕਰਨ ਰਹੇ ਆ ਜੀ, ਕਿਤੇ ਉਹ ਸੱਚਾ ਨਾ ਹੋਵੇ। ਚਲੋ ਜਾ ਕੇ ਦੁਕਾਨ ਵੇਖੀਏ ਆਪਣੀ। ਹਾਂਜੀ, ਖੋਜਨ ਕਰੀ ਸਕਲ ਅਸਥਾਨ। ਸਾਰੀ ਦੁਕਾਨ ਦੇ ਵਿੱਚੋਂ ਫਿਰ ਮੋਹਰਾਂ ਲੱਭੀਆਂ ਜੀ ਉਹਨਾਂ ਨੇ। ਹਾਂਜੀ, ਕਿਸ ਬਾਸਨ ਮਹਿ ਤੇ ਸੋ ਪਾਈ। ਹਾਂਜੀ। ਮੁਹਰ ਵਾਂਸਣੀ ਮਹਿ ਸਮੁਦਾਈ। ਗੱਜ ਕੇ ਆਖੋ ਵਾਹਿਗੁਰੂ। ਜਿਸ ਭਾਂਡੇ ਵਾਂਸਣੀ ਦੇ ਵਿੱਚ ਉਹ ਮੋਹਰਾਂ ਪਾਈਆਂ ਸਨ, ਸੰਗਤ ਜੀ ਉੱਥੋਂ ਨਿਕਲ ਆਈਆਂ ਜੀ ਉਹ ਮੋਹਰਾਂ ਜੀ। ਹਾਂਜੀ, ਬਹੁਤ ਬਸੂਰਤ ਸ਼ੀਗਰ ਗਏ ਤਹ। ਤੇ ਸਿੱਖ ਬੜਾ ਝੂਰੇ ਦੀ ਹੱਦ ਹੋ ਗਈ, ਅਸੀਂ ਗਲਤ ਸਾਂ। ਤੇ ਸੰਗਤ ਦੀ ਫਿਰ ਵੀ ਦੁਨੀਆਦਾਰੀ ਤੇ ਫੈਸਲਾ ਹੋ ਹੀ ਗਿਆ ਸੀ ਨਾ। ਉਹਨਾਂ ਮੋਹਰਾਂ ਲਈਆਂ, ਮੁਗਲ ਦੇ ਘਰ ਗਏ ਦੋਵੇਂ ਭਰਾ ਜੀ। ਹਾਂਜੀ, ਮੁਗਲ ਸੰਚਿਤ ਮਹਾ ਦੁਖ ਸੋ ਜਹ। ਉਹ ਸੜੀ ਬਾਂਹ ਲਈ ਬੈਠਾ ਸੀਗਾ ਜੀ, ਬੜਾ ਦੁਖੀ ਸੀਗਾ। ਹਾਂਜੀ, ਬਿਸਰ ਗਏ ਹਮ ਖੋਜੀ ਆਛੇ। ਤੇ ਦੋਵੇਂ ਭਰਾ ਕਹਿਣ ਲੱਗੇ ਸਾਨੂੰ ਮਾਫ ਕਰ ਦੀ, ਅਸੀਂ ਚੰਗੀ ਤਰ੍ਹਾਂ ਲੱਭੀਆਂ, ਹੁਣ ਮੋਹਰਾਂ ਸਾਨੂੰ ਲੱਭ ਗਈਆਂ, ਸਾਨੂੰ ਭੁੱਲ ਗਿਆ ਸੀਗਾ ਤੇਰੀਆਂ ਮੋਹਰਾਂ ਬਾਰੇ। ਹਾਂਜੀ, ਭਰੀ ਵਾਂਸਣੀ ਪ੍ਰਾਪਤ ਪਾਛੇ। ਆ ਵੇਖ ਬਾਅਦ ਵਿੱਚ ਭਰੀ ਹੋਈ ਬਾਂਸਣੀ ਤੇਰੀ ਮਿਲ ਗਈ ਸਾਨੂੰ ਮੋਹਰਾਂ। ਹਾਂਜੀ, ਲਿਹੋ ਆਪਣੀ ਦੁੱਖ ਦੂਰ ਕਰੀਜੈ। ਤੇ ਆ ਲੈ ਭਰਾਵਾ ਆਪਣੀਆਂ ਮੋਹਰਾਂ ਸਾਂਭ ਲੈ। ਹਾਂਜੀ, ਸ਼ਿਮਹੋ ਭੂਲ ਹਮਰੀ ਸੁਖ ਲੀਜੈ। ਤੇ ਸਾਡੇ ਕੋਲੋਂ ਭੁੱਲ ਹੋ ਗਈ, ਸਾਨੂੰ ਮਾਫ ਕਰ ਦੇ ਕਹਿਣ ਲੱਗੇ। ਹਾਂਜੀ, ਬਿਸਮਤ ਮੁਗਲ ਕਹੀ ਮੁਖ ਬਾਨੀ। ਹਾਂਜੀ, ਕਿਸ ਹਾਂ। ਕੀ ਤੁਮ ਮੰਨਤ ਤਬ ਮਾਨੀ। ਗੱਜ ਕੇ ਆਖੋ ਵਾਹਿਗੁਰੂ। ਬਿਸਮਤ ਮੁਗਲ ਕਹੀ ਮੁਖ ਬਾਣੀ। ਮੁਗਲ ਬੜਾ ਹੈਰਾਨ ਹੋਇਆ ਜੀ, ਕਹਿੰਦਾ ਹੁਣ ਮੋਹਰਾਂ ਤੇ ਇੱਕ ਪਾਸੇ ਰਹੀਆਂ, ਪਹਿਲਾਂ ਇਹ ਦੱਸੋ ਸੁੱਖ ਕਿਹਦੀ ਸੁਖੀ ਹੀ ਕਹਿਣ ਲੱਗਾ, ਮੰਨਤ ਕਿਹਦੇ ਅੱਗੇ ਮੰਗੀ ਸੀ ਤੁਸੀਂ। ਹਾਂਜੀ, ਭੀਵੇ ਕਹਿਓ ਮੋਹਰ ਹਮ ਪਾਂਚੇ। ਹਾਂਜੀ। ਸੁਖੀ ਸੁਖ ਸਤਿਗੁਰੂ ਸਾਚੇ। ਭਾਈ ਭੀਵਾ ਜੀ ਕਹਿਣ ਲੱਗੇ ਵੀ ਮੈਂ ਆਪਣੇ ਸੱਚੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਸੀ, 5 ਮੋਹਰਾਂ ਦਾ ਕੜਾ ਪ੍ਰਸ਼ਾਦ ਕਰਾਵਾਂਗਾ, ਕਿਰਪਾ ਕਰਕੇ ਰੱਖਿਆ ਕਰਿਓ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਐਂਡ ਮਹਾਰਾਜ। ਥੋੜੀ ਕਹਿਣਾ ਸੰਗਤ ਜੀ, ਗੱਜ ਕੇ ਕਹਿੰਦੇ ਮੈਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਸੀ। ਹਾਂਜੀ, ਕਾਮਲ ਗੁਰੂ ਮੁਗਲ ਮਨ ਜਾਨ। ਉਹ ਮੁਗਲ ਨੇ ਫਿਰ ਸੋਚਿਆ ਵੀ ਕਾਮਲ ਗੁਰੂ ਹੈ, ਪੂਰਾ ਗੁਰੂ ਹੈ ਇਹਨਾਂ ਦਾ, ਪੂਰਾ ਗੁਰੂ ਹੈ, ਜਿਹਨੇ ਬਾਂਹ ਨਹੀਂ ਸੜਨ ਦਿੱਤੀ। ਇਹ ਝੂਠੇ ਸਨ ਕਹਿਣ ਲੱਗਾ, ਉਹਨੇ ਤਾਂ ਝੂਠੇ ਹੀ ਕਹਿਣਾ ਸੀ ਨਾ ਜੀ, ਪਰ ਸਿੱਖ ਮਨੋਂ ਸੱਚੇ ਸਨ ਜੀ। ਭੁਲੇਖਾ ਲੱਗ ਗਿਆ, ਗੱਲ ਵੱਖਰੀ ਹੈ। ਉਹ ਸੋਚਦਾ ਇਹਨਾਂ ਦਾ ਗੁਰੂ ਕਾਮਲ ਹੈ। ਹਾਂਜੀ, ਕਹਿਓ ਚਲੋ ਲੈ ਮੁਝ ਗੁਰ ਥਾਨ। ਕਹਿਣ ਲੱਗਾ ਬਾਕੀ ਗੱਲਾਂ ਬਾਅਦ ਚ, ਪਹਿਲਾਂ ਆਪਣੇ ਗੁਰੂ ਦੇ ਦਰਸ਼ਨ ਕਰਾਓ ਮੈਨੂੰ, ਮੈਂ ਜਾਣਾ ਤੁਹਾਡੇ ਗੁਰੂ ਦੇ ਕੋਲ। ਹਾਂਜੀ, ਦੋਨੋਂ ਭਰਾਤ ਸੰਗ ਲੈ ਤਾਹੀ। ਸਰਹੰਦ ਤੋਂ ਦੋਵੇਂ ਭਰਾ ਉਸ ਮੁਗਲ ਨੂੰ ਨਾਲ ਲੈ ਕੇ, ਰੂਪਚੰਦ ਤੇ ਭੀਵਾ, ਉਹਨਾਂ ਨੂੰ ਨਾਲ ਲੈ ਕੇ ਆਏ ਸ਼ੀਗਰ ਗੁਰੂ ਕੇ ਪਾਹੀ। ਆਏ ਸ਼ੀਗਰ ਗੁਰੂ ਕੇ ਪਾਹੀ। ਛੇਤੀ ਨਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਜੀ। ਹਾਂਜੀ, ਮਸਤਕ ਟੇਕ ਬੈਠ ਕਰ ਬੂਝੇ। ਮੱਥਾ ਟੇਕਿਆ, ਆਪਾਂ ਵੀ ਟੇਕ ਦਈਏ। ਧੰਨ ਗੁਰੂ ਮਹਾਰਾਜ ਨੂੰ ਮੱਥਾ ਟੇਕਿਆ, ਮੱਥਾ ਟੇਕ ਕੇ ਬੈਠ ਗਏ। ਇਹ ਵਿਪਰੀਤ ਭਈ ਔਰ ਸੂਝੇ। ਤੇ ਫਿਰ ਬੁੱਝਿਆ, ਪੁੱਛਿਆ ਉਹਨਾਂ ਨੇ, ਕਹਿੰਦੇ ਸੱਚੇ ਪਾਤਸ਼ਾਹ ਆ ਕੁਝ ਪੁੱਛਣਾ ਚਾਹੁੰਦਾ। ਮੁਗਲ ਕਹਿੰਦਾ ਮਹਾਰਾਜ ਇਹ ਪੁੱਠੀ ਗੱਲ ਕਿਉਂ ਕੀਤੀ ਤੁਸੀਂ। ਹਾਂਜੀ, ਸਾਚੋ ਝੂਠ ਝੂਠ ਪਾ ਸਾਚੋ। ਸੱਚ ਝੂਠ ਬਣਾਤਾ ਤੇ ਝੂਠ ਨੂੰ ਸੱਚ ਬਣਾਤਾ ਤੁਸੀਂ। ਹਾਂਜੀ, ਸੁਨ ਸ਼੍ਰੀ ਸਤਿਗੁਰ ਬਚਨ ਉਵਾਚੋ। ਤੇ ਮਹਾਰਾਜ ਕੋਈ ਬਚਨ ਦੱਸੋ, ਇਹ ਕਿਉਂ ਕੀਤਾ ਤੁਸੀਂ। ਸਿੱਖ ਝੂਠੇ ਸਨ। ਹੁਣ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਨ ਲੱਗੇ ਨੇ। ਆਖੋ ਧੰਨ ਗੁਰੂ ਅਰਜਨ ਦੇਵ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਕਹਿਣ ਲੱਗੇ। ਹਾਂਜੀ, ਇਸ ਕੋ ਨਹ ਸੁਧ ਦਰਬ ਤੁਹਾਰੇ। ਮਹਾਰਾਜ ਕਹਿੰਦੇ ਸੁਣ, ਪਹਿਲੀ ਗੱਲ
ਸਾਡੇ ਸਿੱਖ ਸਾਡੇ ਬੱਚੇ ਨੇ, ਇਹਨਾਂ ਨੂੰ ਤੁਹਾਡੇ ਤੇਰੀ ਮਾਇਆ ਦੀ ਸੋਝੀ ਨਹੀਂ ਸੀ, ਖਬਰ ਨਹੀਂ ਸੀ ਕਿੱਥੇ ਪਈ ਹੈ। ਜਦੋਂ ਖਬਰ ਹੋਈ ਦੇਣ ਆਏ ਕਿ ਨਹੀਂ ਆਏ ਕਹਿਣ ਲੱਗੇ, ਰੱਖ ਵੀ ਸਕਦੇ ਸੀਗੇ। ਹਾਂਜੀ, ਪਰਿਓ ਸਿੱਖ ਪੁਨ ਸ਼ਰਨ ਹਮਾਰੇ। ਉਤੋਂ ਮਹਾਰਾਜ ਕਹਿੰਦੇ ਇਹਨਾਂ ਨੂੰ ਚੇਤਾ ਭੁੱਲ ਗਿਆ, ਇਹ ਸਾਡੇ ਅੱਗੇ ਨਾ ਅਰਦਾਸ ਕੀਤੀ ਕਹਿਣ ਲੱਗੇ। ਹਾਂਜੀ, ਲਿਓ ਉਬਾਰ ਆਪਨੋ ਜਾਣੇ। ਤੇ ਫਿਰ ਅਸੀਂ ਵੇਖਿਆ ਇਹ ਸਾਡੇ ਆਪਣੇ ਨੇ। ਗੱਲ ਤਾਂ ਇੱਥੇ ਮੁੱਕਦੀ ਚ, ਲੱਖ ਗਲਤੀਆਂ ਕਰੇ ਆਪਣਾ ਹੋਵੇ ਬਖਸ਼ਿਆ ਜਾਏਗਾ, ਇੱਕ ਗਲਤੀ ਕਰੇ ਆਪਣਾ ਨਾ ਹੋਵੇ ਰਗੜਿਆ ਜਾਏਗਾ ਜੀ। ਫਿਰ ਸੁਣਿਓ, ਲੱਖ ਗਲਤੀਆਂ ਕਰੇ ਆਪਣਾ ਹੋਵੇ ਬਖਸ਼ਿਆ ਜਾਏਗਾ ਜੀ, ਇੱਕ ਗਲਤੀ ਕਰੇ ਆਪਣਾ ਨਾ ਹੋਵੇ ਬੰਦਾ ਨਹੀਂ ਬਖਸ਼ਦਾ ਜੀ। ਹੋਰ ਧਿਆਨ ਨਾਲ ਸੁਣ ਲਓ। ਇਸੇ ਕਰਕੇ ਗੁਰੂ ਸਾਹਿਬ ਸਾਨੂੰ ਬਾਣੀ ਚ ਕਹਿੰਦੇ ਐ, ਸਿੱਖਿਆ ਦਿੰਦੇ ਐ ਕਿ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਸਾਨੂੰ ਕਹਿੰਦੇ ਸਿੱਖੋ, ਗੁਰੂ ਅੱਗੇ ਰੱਬ ਅੱਗੇ ਅਰਦਾਸ ਕਰਿਆ ਕਰੋ, ਸਾਨੂੰ ਆਪਣਾ ਬਣਾ ਲਓ, ਆਪਣਾ ਜਾਣੋ ਮਹਾਰਾਜ। ਅੱਜ ਕੇ ਆਖੋ ਵਾਹਿਗੁਰੂ। ਗੱਲ ਤੇ ਆਪਣਾ ਸਮਝਣ ਦੀ ਹੈ ਨਾ। ਉਹ ਮੈਨੂੰ ਇੱਕ ਸਿੰਘ ਕਹਿਣ ਲੱਗਾ, ਕਹਿੰਦਾ ਮੈਂ ਜਦੋਂ ਬਾਬਾ ਠਾਕਰ ਸਿੰਘ ਜੀ ਕੋਲ ਜਾਣਾ, ਬਾਬਾ ਜੀ ਘਰ ਆਓ, ਬਾਬਾ ਜੀ ਨੇ ਕਹਿਣਾ ਉਹ ਤੇ ਆਪਣਾ ਘਰ ਹੈਗਾ, ਜਦੋਂ ਮਰਜ਼ੀ ਆ ਜਾਵਾਂਗੇ। ਕਹਿੰਦੇ ਜਦੋਂ ਕਹਿਣਾ ਨਾ ਉਹ ਆਪਣਾ ਘਰ ਹੈ, ਜਦੋਂ ਮਰਜ਼ੀ ਆ ਜਾਵਾਂਗੇ। ਇੱਕ ਸਿੰਘ ਲਾਗੋ ਕਹਿੰਦਾ ਬਾਬਾ ਜੀ ਨੇ ਜਿਹਦੇ ਘਰ ਨਹੀਂ ਜਾਣਾ ਹੁੰਦਾ ਨਾ, ਉਹਨੂੰ ਆਪਣਾ ਘਰ ਕਹਿ ਦਿੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਜਿਹਦੇ ਘਰ ਨਾ ਜਾਣਾ ਹੋਵੇ ਉਹਨੂੰ ਇੰਜ ਕਹਿ ਦਿੰਦੇ ਆ ਵੀ ਆਪਣਾ ਹੀ ਘਰ, ਜਦੋਂ ਮਰਜ਼ੀ ਆ ਜਾਵਾਂਗੇ। ਉਹ ਸਿੰਘ ਕਹਿੰਦਾ ਵੀ ਆਉਣ ਭਾਵੇਂ ਨਾ ਹੀ ਮੇਰੇ ਘਰ 'ਚ, ਇੰਨਾ ਹੀ ਕਹਿ ਦਿਆ ਕਰਨ ਆਪਣਾ ਘਰ ਹੈ, ਹੋਰ ਨਹੀਂ ਮੈਨੂੰ ਕੁਝ ਚਾਹੀਦਾ। ਇੰਨਾ ਹੀ ਕਹਿ ਦਿਆ ਕਰਨ ਵੀ ਉਹ ਤੇ ਆਪਣਾ ਘਰ ਹੈ, ਜਦੋਂ ਮਰਜ਼ੀ ਆ ਜਾਵਾਂਗੇ, ਆਉਣ ਭਾਵੇਂ ਨਾ ਵੀ। ਇੰਨੀ ਗੱਲ ਹੀ ਕਹਿ ਦੇਣਾ ਮੇਰੇ ਲਈ ਬਹੁਤ ਹੈਗਾ ਜੀ। ਗੱਲ ਤੇ ਸੰਗਤ ਦੀ ਆਪਣੇ ਹੋਣ ਦੀ ਹੈਗੀ ਹੈ ਜੀ। ਹਾਂਜੀ, ਜਿੰਨਾ ਚਿਰ ਤੱਕ ਤੇ ਬੰਦਾ ਗੁਰੂ ਦਾ ਬਣਿਆ ਰਵੇ, ਗੁਰੂ ਬਚਾਉਂਦਾ ਹੈ। ਜਦੋਂ ਬੰਦਾ ਗੁਰੂ ਤੋਂ ਬੇਮੁਖ ਹੁੰਦਾ, ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ, ਇਨ ਕੀ ਪ੍ਰਤੀਤ ਖੁਦ ਗੁਰੂ ਜੀ ਨੇ ਲਿਖਿਆ ਜੀ। ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਸ਼ਬਦ ਤੁਹਾਨੂੰ ਯਾਦ ਹੈ, ਔਖੀ ਘੜੀ ਨਾ ਦੇਖਣ ਦੇ। ਆਪਣੇ ਨੂੰ ਫਿਰ ਸਾਹ ਸਾਹ ਕਰਕੇ ਪ੍ਰਤਪਾਲਦਾ। ਮਾਂ ਨੂੰ ਪਤਾ ਹੈ ਮੇਰਾ ਆਪਣਾ ਬੱਚਾ ਹੈ, ਮਾਂ ਉਹਦੀ ਰਾਖੀ ਕਰਦੀ ਹੈ। ਇਸ ਕਰਕੇ ਸਤਿਗੁਰੂ ਅੱਗੇ ਅਰਦਾਸ ਕਰਿਆ ਕਰੀਏ, ਸੱਚੇ ਪਾਤਸ਼ਾਹ ਸਾਨੂੰ ਆਪਣਾ ਬਣਾ ਲਓ। ਚੰਗੇ ਹਾਂ ਮੰਦੇ ਹਾਂ ਤੁਹਾਡੇ ਹਾਂ, ਮਹਾਰਾਜ ਆਪਣਾ ਜਾਣ ਕੇ ਬਖਸ਼ ਲਓ ਸਾਨੂੰ। ਮਹਾਰਾਜ ਕਹਿਣ ਲੱਗੇ ਆ, ਲਿਓ ਉਭਾਰ ਆਪਨੋ ਜਾਣੇ। ਮਹਾਰਾਜ ਕਹਿੰਦੇ ਸਾਡੇ ਸੀ, ਅਸੀਂ ਆਪਣੇ ਜਾਣ ਕੇ ਬਖਸ਼ ਲਿਆ, ਬਚਾ ਲਿਆ ਇਹਨਾਂ ਨੂੰ। ਹਾਂਜੀ, ਤੁਵ ਬਹੁ ਪੀਰ ਨ ਰਛਿਆ ਠਾਕੇ। ਪਰ ਤੂੰ ਬਹੁਤੇ ਪੀਰਾਂ ਅੱਗੇ ਅਰਦਾਸ ਕੀਤੀ ਸੀ, ਕਿਸੇ ਪੀਰ ਨੇ ਵੀ ਰੱਖਿਆ ਨਹੀਂ ਕੀਤੀ। ਕਾਰਨ ਇੱਕ ਪੀਰ ਆਉਂਦਾ, ਅਜੇ ਆਉਣ ਹੀ ਲੱਗਦਾ ਸੀ, ਤੂੰ ਉਹਦਾ ਦੂਜੇ ਦਾ ਨਾਂ ਲੈ ਲੈਂਦਾ ਸਾਂ, ਉਹ ਕਹਿੰਦਾ ਸੀ ਕੋਈ ਨਹੀਂ ਦੂਜਾ ਆ ਜਾਏਗਾ। ਬਹੁਤਿਆਂ ਦਾ ਪ੍ਰਾਹੁਣਾ, ਕਹਿੰਦੇ ਨਾ ਬਹੁਤੇ ਘਰਾਂ ਦਾ ਪ੍ਰਾਹੁਣਾ ਅਖੀਰ ਹਾਂ ਭੁੱਖਾ ਹੀ ਰਹਿ ਜਾਂਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਕਿਉਂ? ਪਤਾ ਉਹਦੇ ਘਰੋਂ ਹੋ ਕੇ ਆਇਆ, ਖਾ ਆਇਆ ਹੋਏਗਾ, ਉਹਦੇ ਘਰੋਂ ਖਾ ਆਇਆ ਹੋਏਗਾ। ਬਹੁਤਿਆਂ ਦੇ ਮਗਰ ਤੁਰਨ ਵਾਲਾ, ਉਹ ਵੀ ਕਿਤੇ ਨਹੀਂ ਜੇ ਪਹੁੰਚਦਾ। ਇੱਕ ਦੇ ਮਗਰ ਤੁਰਿਆ ਰਵੇ, ਪਹੁੰਚ ਹੀ ਜਾਂਦਾ ਹੈ ਕਿਤੇ ਨਾ ਕਿਤੇ। ਇੱਕ ਦੇ ਲੜ ਲੱਗਿਆਂ ਸਾਧ ਸੰਗਤ ਦੀ ਖਤਰਾ ਨਹੀਂ ਹੁੰਦਾ, ਬਹੁਤਿਆਂ ਦੇ ਲੜ ਲੱਗਿਆਂ ਖਤਰਾ ਹੁੰਦਾ ਹੈ ਜੀ। ਹਾਂਜੀ, ਸੁਨ ਕਰ ਮੁਗਲ ਪਰਿਓ ਸ਼ਰਨਾਈ। ਹਾਂਜੀ, ਭਇਓ ਸਿੱਖ ਗੁਰਮਤਿ ਚਿਤ ਲਾਈ। ਗੱਜ ਕੇ ਆਖੋ
ਵਾਹਿਗੁਰੂ। ਉਹ ਮੁਗਲ ਫਿਰ ਮਹਾਰਾਜ ਨੂੰ ਪਤਾ ਕੀ ਕਹਿਣ ਲੱਗਾ ਜੀ? ਜਦੋਂ ਮੁਗਲ ਨੂੰ ਪਤਾ ਲੱਗਾ ਵੀ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਾ ਸਮਝ ਕੇ ਇਹਨਾਂ ਨੂੰ ਬਚਾ ਲਿਆ, ਕਹਿੰਦਾ ਮਹਾਰਾਜ ਅੱਜ ਤੋਂ ਮੈਨੂੰ ਵੀ ਆਪਣਾ ਹੀ ਸਮਝਿਓ। ਫਿਰ ਕਹਿਣ ਲੱਗਾ ਮੈਂ ਵੀ ਤੁਹਾਡਾ ਹੀ ਹਾਂ ਸੱਚੇ ਪਾਤਸ਼ਾਹ। ਐਡੇ ਵੱਡੇ ਸਮਰੱਥ ਗੁਰੂ ਜੀ। ਹਾਂਜੀ। ਧੰਨ ਧੰਨ ਕਹਿ ਜਹ ਕਹਿ ਸਾਰੇ। ਮਹਾਰਾਜ ਮੈਂ ਵੀ ਤੁਹਾਡਾ ਸਿੱਖ ਬਣਨਾ, ਮੇਰੇ ਤੇ ਵੀ ਮਿਹਰ ਕਰ ਦਿਓ, ਕਿਰਪਾ ਕਰ ਦਿਓ। ਤੇ ਧੰਨ ਧੰਨ ਕਹਿ ਜਹ ਕਹਿ ਸਾਰੇ। ਜਿਹਨੂੰ ਸਿੱਖ ਨੂੰ ਪਤਾ ਲੱਗਾ ਉਹ ਸਿੱਖ ਕਹਿੰਦਾ ਧੰਨ ਨੇ ਗੁਰੂ ਅਰਜਨ ਦੇਵ ਜੀ, ਧੰਨ ਨੇ ਗੁਰੂ ਅਰਜਨ ਦੇਵ ਜੀ। ਮਹਾਰਾਜ ਆਪਣਿਆਂ ਨੂੰ ਬਚਾ ਲੈਂਦੇ ਨੇ। ਬੇਗਾਨੇ ਬਣਨ ਦਾ ਫਾਇਦਾ ਨਹੀਂ ਹੈ, ਆਪਣੇ ਬਣਨ ਦਾ ਫਾਇਦਾ ਹੀ ਫਾਇਦਾ ਹੈ ਜੀ। ਸੋ ਗੁਰੂ ਸਾਹਿਬ ਨੂੰ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਤੁਸੀਂ ਸਾਨੂੰ ਆਪਣੇ ਬਣਾ ਲਓ। ਮਹਾਰਾਜ ਬਾਣੀ 'ਚ ਐਸੇ ਸ਼ਬਦ ਲਿਖੇ ਨੇ ਜਿਨ੍ਹਾਂ ਵਿੱਚ ਅਰਦਾਸ ਕੀਤੀ ਹੈ, ਮਹਾਰਾਜ ਸਾਨੂੰ ਆਪਣਾ ਬਣਾਓ। ਬਾਬਾ ਆਨੰਦ ਸਿੰਘ ਜੀ ਹਜੂਰ ਸਾਹਿਬ ਗਾਗਰ ਦੀ ਸੇਵਾ ਕਰਦੇ, ਜਿੱਥੇ ਨਿਸ਼ਾਨ ਸਾਹਿਬ ਹੈ ਨਾ ਸੰਗਤ ਜੀ ਉੱਥੇ ਖਲੋ ਜਾਣਾ ਜੀ, ਗਲ 'ਚ ਪੱਲਾ ਪਾ ਲੈਣਾ ਤੇ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ, ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾ ਲਓ। ਮਹਾਰਾਜ ਮਹਾਰਾਜ ਮੈਨੂੰ ਆਪਣਾ ਬਣਾ ਲਓ। ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾ ਲਓ। ਜਦੋਂ ਐਸੀਆਂ ਅਰਦਾਸਾਂ ਕਰਨੀਆਂ ਮਹਾਰਾਜ ਨੇ ਵੇਖੋ ਕਿੰਨੀ ਜੈ ਜੈਕਾਰ ਬਖਸ਼ਿਸ਼ ਕੀਤੀ ਜੀ। ਫਿਰ ਜੀ ਧੰਨ ਧੰਨ ਕਹਿ ਜਹ ਕਹਿ ਸਾਰੇ। ਸਾਰੇ ਸਿੱਖ ਮਹਾਰਾਜ ਨੂੰ ਧੰਨ ਧੰਨ ਕਹਿਣ ਲੱਗੇ। ਸਤਿਗੁਰ ਕੋ ਵੱਡ ਸੁਜਸ ਉਚਾਰੇ। ਮਹਾਰਾਜ ਗਰੀਬ ਨਵਾਜ ਜੀ ਦਾ ਜਸ ਕਰਨ ਲੱਗੇ ਸਾਰੇ ਮਿਲ ਕੇ। ਆਪਾਂ ਵੀ ਸਾਰੇ ਮਿਲ ਕੇ ਸਾਰੀ ਸੰਗਤ ਗੱਜ ਕੇ ਕਹੋ ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਜਿਹਨੂੰ ਆਪਣਾ ਸਮਝ ਲੈਣ ਉਹਦਾ ਪਾਰ ਉਤਾਰਾ ਪੱਕਾ ਹੈ ਜੀ। ਗੱਜ ਕੇ ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਸਤਿਗੁਰ ਪਰਮੇਸ਼ਰ ਮੇਰਾ। ਸਾਰਿਆਂ ਨੇ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦਾ ਖੂਬ ਜਸ ਕੀਤਾ। ਇੱਕ ਪ੍ਰਤਾਪੂ ਸਿੱਖ ਚੱਲ ਆਇਓ। ਅੱਗੋਂ ਫਿਰ ਸੰਗਤ ਦੀ ਪ੍ਰਸੰਗ ਜਿਹੜਾ ਉਹ ਬਦਲ ਜਾਂਦਾ। ਇੱਕ ਪ੍ਰਤਾਪੂ ਸਿੱਖ ਚੱਲ ਆਇਓ, ਸਤਿਗੁਰ ਆਗੇ ਸੀਸ ਨਿਵਾਇਓ। ਹਾਥ ਜੋੜ ਅਰਜੀ ਇਮ ਕਹੀ, ਹਮਰੀ ਬ੍ਰਿਤ ਸ਼ਸਤਰ ਕੀ ਅਹੀ। ਉਹ ਹੱਥ ਜੋੜ ਕੇ ਬੇਨਤੀ ਕਰੇਗਾ, ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਆਪਣਾ ਬਣਾ ਲਓ ਜੀ, ਆਪਣਾ ਬਣਾ ਲਓ। ਇਹ ਅਰਦਾਸ ਆਪਾਂ ਸੱਚੇ ਪਾਤਸ਼ਾਹ ਜੀ ਨੂੰ ਕਰਨੀ ਹੈ। ਸਾਡੇ ਲਈ ਤੇ ਗੁਰੂ ਗ੍ਰੰਥ ਸਾਹਿਬ ਹੀ ਪਰਮੇਸ਼ਰ ਹਨ, ਸਾਡੇ ਸਤਿਗੁਰੂ ਹੀ ਪਰਮੇਸ਼ਰ ਹਨ। ਮਹਾਰਾਜ ਬਾਣੀ 'ਚ ਲਿਖਦੇ ਸਤਿਗੁਰ ਪਰਮੇਸ਼ਰ ਮੇਰਾ। ਗੁਰੂ ਅੰਗਦ ਦੇਵ ਜੀ ਨੇ ਇਹੋ ਹੀ ਸ਼ਰਧਾ ਰੱਖੀ, ਪਿਆਰ ਰੱਖਿਆ, ਖੱਟ ਲਿਆ ਜੀ ਕੁਛ ਨਾ ਕੁਛ। ਹਾਂਜੀ, ਕੁਝ ਨਾ ਕੁਝ ਖੱਟਿਆ ਕਿ ਗੁਰੂ ਹੀ ਬਣ ਗਏ ਜੀ। ਤੇ ਜਿਹੜਾ ਜਿਹੜਾ ਉਹਨਾਂ ਦੇ ਮੁੱਖ ਲੱਗਾ ਉਹ ਤਰ ਗਿਆ ਜੀ। ਸੋ ਬੜੇ ਪਿਆਰ ਨਾਲ ਇਹ ਵੀ ਪੰਕਤੀ ਪੜ੍ਹੀਏ। ਸਤਿਗੁਰ ਪਰਮੇਸ਼ਰ ਮੇਰਾ,
ਸਤਿਗੁਰ ਪਰਮੇਸ਼ਰ ਮੇਰਾ। ਪੂਰੀ ਭਾਵਨਾ ਨਾਲ ਅੰਦਰੋਂ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਜਿਹਦੀ ਇਹ ਭਾਵਨਾ ਹੋਏਗੀ ਉਹ ਬਹੁਤ ਕੁਝ ਖੱਟੇਗਾ ਜੀ, ਬਹੁਤ ਕੁਝ ਉਹ ਪ੍ਰਾਪਤ ਕਰ ਸਕਦਾ ਜੀ। ਹਾਂਜੀ, ਗੁਰੂ ਨੂੰ ਪਰਮੇਸ਼ਰ ਕਰਕੇ ਜਾਣਨਾ ਜੀ। ਸੱਚੇ ਪਾਤਸ਼ਾਹ ਸਾਡੇ ਰੱਬ ਹਨ, ਗੁਰੂ ਜੀ ਸਾਡੇ ਪਰਮੇਸ਼ਰ ਹਨ। ਹਾਂਜੀ, ਇਹੋ ਭਾਵਨਾ ਗੁਰੂ ਨਾਨਕ ਦੇਵ ਸਾਹਿਬ ਜੀ ਉੱਤੇ ਗੁਰੂ ਅੰਗਦ ਦੇਵ ਜੀ ਨੇ ਰੱਖੀ ਜੀ। ਆ ਸ਼ਬਦ ਕੱਢ ਤੇ ਗੁਰੂ ਅੰਗਦ ਦੇਵ ਸਾਹਿਬ ਦੇ ਉੱਤੇ ਇਹੋ ਭਾਵਨਾ ਗੁਰੂ ਅਮਰਦਾਸ ਜੀ ਨੇ ਰੱਖੀ ਜੀ। ਕਿੰਨੀ ਸੇਵਾ ਕੀਤੀ ਜੀ ਉਹਨਾਂ ਨੇ। ਇਹੋ ਭਾਵਨਾ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਉੱਤੇ ਰੱਖੀ ਜੀ, ਵੀ ਮੇਰੇ ਗੁਰੂ ਸਾਹਿਬ ਮੇਰੇ ਪਰਮੇਸ਼ਰ ਹਨ। ਫਿਰ ਪੰਕਤੀ ਪੜੋ, ਫਿਰ ਖਿਮਾ ਮੰਗੀਏ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਇੱਕ ਵਾਰੀ ਦਾਸ, ਇੱਕ ਵਾਰੀ ਸਿੰਘ, ਇੱਕ ਵਾਰੀ ਮਾਤਾਵਾਂ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਸਤਿਗੁਰ ਪਰਮੇਸ਼ਰ ਮੇਰਾ, ਅਨੇਕ ਰਾਜ ਭੋਗ ਰਸ ਮਾਣੀ, ਨਾਉ ਜਪੀ ਪਰਵਾਸਾ ਤੇਰਾ। ਕਹਿੰਦੇ ਤੇਰੇ ਭਰੋਸੇ ਵਿੱਚ ਗੁਰੂ ਸਾਹਿਬ ਜੀ, ਮੈਨੂੰ ਤੁਹਾਡਾ ਭਰੋਸਾ ਹੈ। ਤੁਸੀਂ ਸੁਣਿਆ ਨਾ ਭਾਈ ਭੀਵਾ ਜੀ ਨੂੰ ਕਿੰਨਾ ਭਰੋਸਾ ਜੀ। ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਅਰਦਾਸ ਕਰਤੀ, ਤਪ ਦੇ ਕੜਾਏ 'ਚ ਹੱਥ ਪਾ ਦਿੱਤਾ ਜੀ। ਹਾਂਜੀ, ਇੰਨਾ ਭਰੋਸਾ ਚਾਹੀਦਾ ਜੀ। ਸਾਡੇ ਵਰਗਾ ਅਰਦਾਸ ਕਰਕੇ ਵੀ ਡਰਦਾ ਜੀ, ਪਤਾ ਨਹੀਂ ਗੱਲ ਬਣਨੀ ਨਹੀਂ ਬਣਨੀ। ਭਰੋਸਾ ਨਹੀਂ ਹੈਗਾ ਨਾ ਜੀ, ਭਰੋਸੇ ਦੀ ਕਮੀ ਹੈ। ਭਰੋਸਾ ਐਵੇਂ ਨਹੀਂ ਆਉਣਾ, ਭਰੋਸਾ ਨਾਮ ਜਪ ਕੇ ਆਉਂਦਾ ਜੀ। ਸਿਮਰਨ ਵਾਲਿਆਂ ਨੂੰ ਭਰੋਸਾ ਹੁੰਦਾ, ਜੀਵਨ ਵਾਲਿਆਂ ਨੂੰ ਭਰੋਸਾ ਹੁੰਦਾ ਜੀ। ਫਿਰ ਅਨੇਕ ਰਾਜ ਭੋਗ ਰਸ ਮਾਣੀ,
ਬੜੇ ਰਾਜ ਰਸ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦੇ ਆ। ਨਾਉ ਜਪੀ ਪ੍ਰਵਾਸਾ ਤੇਰਾ, ਕਹਿੰਦੇ ਨਾਮ ਜਪ ਕੇ ਭਰੋਸਾ ਤੇਰੇ ਉੱਤੇ ਆ ਗਿਆ। ਕੀ ਭਰੋਸਾ ਆਇਆ? ਵੀ ਮੇਰੇ ਲਈ ਮੇਰੇ ਗੁਰੂ ਸਾਹਿਬ ਹੀ ਪਰਮੇਸ਼ਰ ਹਨ। ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰ ਪਰਮੇਸ਼ਰ ਮੇਰਾ, ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ। ਇਹ ਭਾਵਨਾ ਸਾਡੇ ਸਾਰਿਆਂ ਦੀ ਬਣੇ, ਫਿਰ ਬੜੇ ਹੀ ਸੁੱਖ ਨੇ ਜੀ, ਬੜੇ ਸੁੱਖ ਨੇ ਇਸ ਭਾਵਨਾ ਵਿੱਚ। ਸੱਚੇ ਪਾਤਸ਼ਾਹ ਜੀ ਮਿਹਰਾਂ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ। ਸੱਜਣ ਸੱਚਾ